ਹੈਲੋ ਪ੍ਰੇਜ਼ ਦ ਲਾਰਡ ਸ਼ਾਲੋਮ। ਪ੍ਰਭੂ ਆਪ ਸਭ ਨੂੰ ਆਸ਼ੀਸ਼ ਦੇਵੇ। ਇੱਕ ਵਾਰ ਫਿਰ ਅਸੀਂ ਪਰਮ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਜੋ ਮਹਾਨ ਹੈ, ਜੀਵਤ ਹੈ, ਸੱਚਾ ਹੈ ਔਰ ਪਵਿੱਤਰ ਹੈ। ਔਰ ਸੱਚਮੁੱਚ ਪਰਮੇਸ਼ਰ ਨੇ ਮੌਕਾ ਦਿੱਤਾ ਕਿ ਅਸੀਂ ਇੱਕ ਵਾਰ ਫਿਰ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੋ ਸਕੀਏ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਤੁਹਾਡੇ ਸਭ ਦੀ ਨਿਹਚਾ ਲਈ, ਜਿਸ ਨੇ ਪਰਮੇਸ਼ਰ ਨੇ ਤੁਹਾਡੇ ਅੰਦਰ ਇਸ ਵਿਸ਼ਵਾਸ ਨੂੰ ਭਰਿਆ ਕਿ ਤੁਸੀਂ ਪਰਮੇਸ਼ਰ ਦੇ ਵਚਨਾਂ 'ਤੇ ਯਕੀਨ ਲਿਆ ਸਕੋ ਔਰ ਪਰਮੇਸ਼ਰ ਦੇ ਵਚਨਾਂ ਤੋਂ ਬਰਕਤ ਪਾ ਸਕੋ। ਧੰਨਵਾਦ ਕਰਦੇ ਹਾਂ। ਔਰ ਅੱਜ ਦਾ ਵਚਨ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਫਿਲਿੱਪੀਆਂ ਦੀ ਕਿਤਾਬ 'ਚੋਂ ਹੈ। ਫਿਲਿੱਪੀਆਂ ਦੀ ਕਿਤਾਬ ਦੇ ਵਿੱਚੋਂ ਅਸੀਂ ਉਸ ਦਾ 4 ਅਧਿਆਇ ਤੇ ਉਸ ਦਾ 8 ਵਚਨ ਪੜ੍ਹਾਂਗੇ। ਪ੍ਰਭੂ ਦਾ ਵਚਨ ਬਹੁਤ ਹੀ ਖੂਬਸੂਰਤੀ ਦੇ ਨਾਲ ਸਾਨੂੰ ਕੁਝ ਦੱਸਦਾ ਹੈ ਔਰ ਉਸ ਨੂੰ ਅਸੀਂ ਸਿੱਖਣਾ ਹੈ। ਔਰ ਜਿਹੜੀਆਂ ਗੱਲਾਂ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹ ਸਾਨੂੰ ਸਿੱਖਣਾ ਬਹੁਤ ਜ਼ਰੂਰੀ ਵੀ ਹੈ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ, ਜਿਸ ਸਮੇਂ ਵਿੱਚ ਅਸੀਂ ਅੱਜ ਜੀ ਰਹੇ ਹਾਂ, ਜਿਵੇਂ ਕਿ ਮੈਂ ਪਿਛਲੇ ਸਮਿਆਂ ਦੇ ਵਿੱਚ ਬਹੁਤ ਅਸੀਂ ਡੀਪਲੀ ਇਸ ਗੱਲ ਨੂੰ ਦੇਖ ਰਹੇ ਕਿ ਸੰਸਾਰ ਜਿਹੜਾ ਪੂਰਾ ਅੰਧਕਾਰ ਦੇ ਨਾਲ ਭਰਿਆ ਹੋਇਆ ਹੈ ਔਰ ਅਸੀਂ ਵੇਖਦੇ ਹਾਂ ਕਿ ਪਰਮੇਸ਼ਵਰ ਹੀ ਹੈ ਜੋ ਆਪਣੇ ਵਚਨਾਂ ਦੇ ਪ੍ਰਕਾਸ਼ ਦੇ ਨਾਲ ਸਾਨੂੰ ਪ੍ਰਕਾਸ਼ਿਤ ਕਰਦਾ ਹੈ। ਸੋ ਅੱਜ ਅਸੀਂ ਪਰਮੇਸ਼ਰ ਦੇ ਵਚਨ 'ਚੋਂ ਵੇਖਾਂਗੇ ਕਿ ਜੋ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ, ਮੁੱਕਦੀ ਗੱਲ ਹੈ ਭਰਾਵੋ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰਯੋਗ ਹਨ, ਜਿਹੜੀਆਂ ਯਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਵਣੀਆਂ ਹਨ ਔਰ ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਤੇ ਜੋ ਕੁਝ ਸੋਭਾ ਹੈ ਤਾਂ ਇਹਨਾਂ ਦੀ ਵਿਚਾਰ ਕਰੋ। ਬਾਈਬਲ ਸਾਨੂੰ ਕੁਝ ਦੱਸਦੀ ਹੈ ਮੇਰੇ ਪਿਆਰੇ ਭੈਣੋ ਭਰਾਵੋ ਕਿ ਅਸੀਂ ਕਿਹੜੀਆਂ ਗੱਲਾਂ ਇਸ ਸੰਸਾਰ ਦੇ ਵਿੱਚ ਜਿਨ੍ਹਾਂ 'ਤੇ ਅਸੀਂ ਵਿਚਾਰ ਕਰਨੀ ਹੈ। ਅਸੀਂ ਜਾਣਦੇ ਹਾਂ ਕਿ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੀ ਲੋਕ ਵਿਚਾਰ ਕਰਦੇ ਨੇ, ਕਈ ਚੀਜ਼ਾਂ ਦੀ ਵਿਚਾਰ ਕਰਦੇ ਨੇ। ਵਹਿਮਾਂ ਭਰਮਾਂ ਕਾਰਨ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀ ਵਿਚਾਰ ਕਰਦੇ ਨੇ। ਪਰ ਮੇਰੇ ਅਜ਼ੀਜ਼ੋ, ਪਰ ਜਿਹੜੀਆਂ ਗੱਲਾਂ ਵਿਚਾਰ ਕਰਨ ਵਾਲੀਆਂ ਨੇ ਉਹਨਾਂ 'ਤੇ ਅਸੀਂ ਦੇਖਦੇ ਹਾਂ ਕਿ ਲੋਕ ਵਿਚਾਰ ਨਹੀਂ ਕਰਦੇ। ਵਿਚਾਰ ਕਰਨ ਲਾਇਕ ਗੱਲਾਂ ਕਿਹੜੀਆਂ ਨੇ ਜਿਨ੍ਹਾਂ 'ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ? ਮੁੱਕਦੀ ਗੱਲ ਦਾ ਮਤਲਬ ਹੈ ਫਾਈਨਲੀ, ਯਾਨੀ ਕਿ ਜਿਹੜੀ ਚੀਜ਼ ਸਾਨੂੰ ਸਿੱਖਣ ਦੀ ਲੋੜ ਹੈ, ਲਾਸਟ ਦੇ ਵਿੱਚ ਫਾਈਨਲੀ ਜੋ ਗੱਲ ਹੈ, ਜੋ ਸਿੱਟਾ ਹੈ, ਉਸ ਸਿੱਟੇ 'ਤੇ ਅਸੀਂ ਪਹੁੰਚਦੇ ਹਾਂ। ਸਿੱਟਾ ਇਹ ਹੈ ਕਿ ਮੁੱਕਦੀ ਗੱਲ ਹੈ ਭਰਾਵੋ, ਜਿਹੜੀਆਂ ਗੱਲਾਂ ਸੱਚੀਆਂ ਹਨ। ਸੋ ਮੇਰੇ ਭੈਣੋ ਭਰਾਵੋ, ਨਾ ਕੇਵਲ ਇਸ ਸੰਸਾਰ ਦੇ ਵਿੱਚ ਹਨੇਰਾ ਹੀ ਪੂਰੀ ਤਰ੍ਹਾਂ ਛਾਇਆ ਹੋਇਆ ਹੈ, ਨਾ ਕੇਵਲ ਆਤਮਿਕ ਤੌਰ 'ਤੇ ਲੋਕ ਹਨੇਰੇ ਦੇ ਵਿੱਚ ਨੇ, ਪਰ ਇੱਕ ਚੀਜ਼ ਜਿਹੜੀ ਇੱਥੇ ਅਸੀਂ ਵੇਖਦੇ ਹਾਂ ਕਿ ਸੰਸਾਰ ਜਿਹੜਾ ਹੈ ਉਹ ਝੂਠ ਦੇ ਵਿੱਚ ਵੀ ਫਸਿਆ ਹੋਇਆ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਅਜ਼ੀਜ਼ੋ, ਝੂਠ ਦਾ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਬੋਲਬਾਲਾ ਹੈ, ਝੂਠ ਅੱਜ ਇੰਨੀ ਤੇਜ਼ੀ ਦੇ ਨਾਲ ਵੱਧ ਰਿਹਾ, ਤੇਜ਼ੀ ਦੇ ਨਾਲ ਲੋਕ ਉਸ ਝੂਠ ਦਾ ਇਸਤੇਮਾਲ ਕਰ ਰਹੇ ਨੇ। ਲੋਕ ਅੱਜ ਸ਼ਾਇਦ ਇਸ ਗੱਲ ਤੋਂ ਵਾਕਿਫ ਨਾ ਹੋਣ ਕਿ ਉਹ ਝੂਠ ਵਿੱਚ ਜੀ ਰਹੇ ਨੇ। ਝੂਠ ਕੀ ਹੈ? ਲਿਖਿਆ ਕਿ ਸਭ ਤੋਂ ਪਹਿਲਾਂ ਅਸੀਂ ਸੱਚੀਆਂ ਗੱਲਾਂ 'ਤੇ ਹੀ ਕੀ ਕਰਨਾ ਹੈ? ਵਿਚਾਰ ਕਰਨਾ ਹੈ। ਸੱਚੀਆਂ ਗੱਲਾਂ ਕਿਹੜੀਆਂ ਹਨ, ਝੂਠੀਆਂ ਗੱਲਾਂ ਕਿਹੜੀਆਂ ਹਨ, ਇਸ ਗੱਲ ਦਾ ਜਿਹੜਾ ਅੱਜ ਦੇ ਸਮੇਂ ਵਿੱਚ ਪਛਾਣ ਕਰਨੀ ਵੀ ਬੜੀ ਔਖੀ ਹੋ ਗਈ ਹੈ। ਮੇਰੇ ਅਜ਼ੀਜ਼ੋ, ਤੁਸੀਂ ਦੇਖਦੇ ਹੋ ਕਿ ਅੱਜ ਸੰਸਾਰ ਦੇ ਵਿੱਚ ਝੂਠ ਦੀ ਅਗਰ ਗੱਲ ਕਰੀਏ ਤਾਂ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਸ਼ੈਤਾਨ ਨੂੰ ਨਾ ਕੇਵਲ ਅੰਧਕਾਰ ਕਿਹਾ ਗਿਆ, ਹਨੇਰਾ ਕਿਹਾ ਗਿਆ, ਪਰ ਸ਼ੈਤਾਨ ਨੂੰ ਝੂਠ ਤੇ ਝੂਠ ਦਾ ਪਤੰਦਰ ਵੀ ਕਿਹਾ ਗਿਆ ਹੈ। ਅੱਜ ਬੜੀ ਆਸਾਨੀ ਦੇ ਨਾਲ ਬੜੇ ਲੋਕ ਬਹੁਤ ਹੀ ਆਸਾਨੀ ਦੇ ਨਾਲ ਝੂਠ ਬੋਲ ਲੈਂਦੇ ਨੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਵੇਂ ਕਿ ਰਾਜਨੀਤਿਕ ਪਾਰਟੀਆਂ ਦੇ ਬਾਰੇ ਅਗਰ ਮੈਂ ਗੱਲ ਕਰਾਂ ਤਾਂ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਝੂਠੇ ਵਾਅਦੇ ਕਰ ਲੈਂਦੇ ਨੇ ਕਿ ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ, ਪਰ ਉਹ ਨਹੀਂ ਕਰਦੇ। ਪਰ ਉਸ ਝੂਠ ਦਾ ਸਹਾਰਾ ਲੈ ਕੇ ਪਰ ਉਹ ਜਿੱਤ ਤਾਂ ਜਾਂਦੇ ਨੇ ਲੋਕਾਂ ਦੇ ਕੋਲੋਂ। ਉਹ ਕੀ ਲੈ ਲੈਂਦੇ ਨੇ? ਆਪਣੀਆਂ ਵੋਟਾਂ ਲੈ ਲੈਂਦੇ ਨੇ। ਪਰ ਝੂਠ ਦੇ ਸਹਾਰੇ ਦੇ ਨਾਲ ਮੇਰੇ ਅਜ਼ੀਜ਼ੋ, ਅੱਜ ਦੇਖਦੇ ਹਾਂ ਕਿ ਝੂਠ ਦੇ ਸਹਾਰੇ ਨਾਲ ਲੋਕ ਆਪਣੀ ਹਕੂਮਤ ਖੜੀ ਕਰ ਲੈਂਦੇ ਨੇ। ਝੂਠ ਦੇ ਸਹਾਰੇ ਨਾਲ ਲੋਕ ਅੱਜ ਕੀ ਕਰਦੇ ਨੇ? ਝੂਠ ਨੂੰ ਪਹਿਲ ਦੇ ਆਧਾਰ 'ਤੇ ਲੋਕ ਕੀ ਕਰਦੇ ਨੇ? ਆਪਣੀ ਜ਼ਿੰਦਗੀ 'ਚ ਰੱਖਦੇ ਨੇ। ਅੱਜ ਵੀ ਦੇਖਦੇ ਹਾਂ ਕਿ ਲੋਕ ਹੁੰਦੇ ਕਿਤੇ ਨੇ, ਦੱਸਦੇ ਕਿਤੇ ਨੇ, ਬੋਲਦੇ ਕੁਝ ਨੇ, ਕਰਦੇ ਕੁਝ ਨੇ, ਦੱਸਦੇ ਕੁਝ ਨੇ। ਔਰ ਇਹ ਮੇਰੇ ਅਜ਼ੀਜ਼ੋ, ਅੱਜ ਹਰ ਪਾਸੇ ਅਸੀਂ ਵੇਖਦੇ ਹਾਂ ਕਿ ਝੂਠ ਹੀ ਝੂਠ ਹੈ ਤੇ ਬਹੁਤ ਸਾਰੇ ਲੋਕ ਝੂਠ 'ਤੇ ਬਹੁਤ ਜਲਦੀ ਵਿਸ਼ਵਾਸ ਕਰ ਲੈਂਦੇ ਨੇ। ਝੂਠ 'ਤੇ ਵਿਸ਼ਵਾਸ ਕਰਨਾ ਬੜਾ ਆਸਾਨ ਹੁੰਦਾ ਹੈ, ਪਰ ਸੱਚ 'ਤੇ ਵਿਸ਼ਵਾਸ ਕਰਨਾ ਬੜਾ ਔਖਾ ਹੁੰਦਾ ਹੈ। ਬਹੁਤ ਸਾਰੇ ਲੋਕ ਝੂਠ 'ਤੇ ਬਹੁਤ ਜਲਦੀ ਈਮਾਨ ਲਿਆਉਂਦੇ ਨੇ, ਪਰ ਸੱਚ 'ਤੇ ਈਮਾਨ ਲਿਆਉਣ ਦੇ ਵਿੱਚ ਬੜਾ ਹੀ ਟਾਈਮ ਲੱਗਦਾ ਹੈ। ਸੱਚ ਜਾਣਨ ਨੂੰ ਟਾਈਮ ਲੱਗ ਜਾਂਦਾ ਹੈ। ਮੇਰੇ ਅਜ਼ੀਜ਼ੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਈ ਵਾਰੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਨੂੰ ਵੇਖਿਆ ਕਿ ਕਈ ਲੋਕਾਂ ਨੂੰ ਜਦੋਂ ਅਸੀਂ ਸੱਚ ਤੋਂ ਵਾਕਿਫ ਕਰਾਉਣਾ ਚਾਹੁੰਦੇ ਹਾਂ ਤੇ ਉਹ ਸੱਚ ਤੋਂ ਵਾਕਿਫ ਨਹੀਂ ਹੁੰਦੇ, ਸੱਚ ਨੂੰ ਸਮਝਣਾ ਨਹੀਂ ਚਾਹੁੰਦੇ, ਸੱਚ ਉਹਨਾਂ ਨੂੰ ਸ਼ਾਇਦ ਕਈ ਵਾਰੀ ਹਾਜ਼ਮ ਨਹੀਂ ਹੁੰਦਾ, ਪਰ ਕੁਝ ਸਾਲਾਂ ਬਾਅਦ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਸੱਚ ਕੀ ਸੀ, ਸੱਚ ਕੀ ਹੈ। ਸੋ ਸੱਚ ਦੇ ਪਿੱਛੇ ਚੱਲਣ ਵਾਲੇ ਲੋਕ ਜਿਹੜੇ ਨੇ ਉਹ ਸੱਚੀਆਂ ਗੱਲਾਂ 'ਤੇ ਹੀ ਵਿਚਾਰ ਕਰਦੇ ਨੇ। ਬਾਈਬਲ ਦੇ ਮੁਤਾਬਕ ਸੱਚੀਆਂ ਗੱਲਾਂ, ਸੱਚ ਕੀ ਹੈ? ਬਾਈਬਲ 'ਚ ਲਿਖਿਆ, ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ। ਅੱਜ ਮੈਂ ਸੱਚ ਦੇ ਵਿਸ਼ੇ 'ਤੇ ਥੋੜ੍ਹਾ ਜਿਹਾ ਜ਼ਿਆਦਾ ਬੋਲ ਗਿਆ, ਲੇਕਿਨ ਮੈਂ ਦੱਸਣਾ ਚਾਹੁੰਦਾ ਬਹੁਤ ਸਾਰੀਆਂ ਚੀਜ਼ਾਂ ਨੇ। ਸੱਚ ਤੁਹਾਨੂੰ ਜਾਣੋ, ਸੱਚ ਤੁਹਾਨੂੰ ਆਜ਼ਾਦ ਕਰੇਗਾ। ਯਿਸੂ ਮਸੀਹ ਨੇ ਕਿਹਾ, ਸੱਚ ਮੈਂ ਹਾਂ।
ਤੋ ਇਸ ਲਈ ਜਿਹੜਾ ਸੱਚ ਹੈ ਉਸ ਨੂੰ ਜਾਣਨ ਦੇ ਲਈ, ਸੱਚ ਦੇ ਪਿੱਛੇ ਚੱਲਣ ਦੇ ਲਈ ਬਾਈਬਲ ਦੱਸਦੀ ਹੈ ਕਿ ਸੱਚੀਆਂ ਗੱਲਾਂ ਤੇ ਵਿਚਾਰ ਕਰਨਾ ਹੈ। ਸਾਨੂੰ ਇਹ ਦੇਖਣਾ ਪਏਗਾ ਕਿ ਜਦੋਂ ਝੂਠ ਇੰਨਾ ਫੈਲ ਚੁੱਕਾ ਹੈ ਤਾਂ ਸੱਚ ਦੀ ਪਛਾਣ ਕਰਨੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਕਿ ਸੱਚ ਕੀ ਹੈ। ਸੱਚ ਦੇ ਪਿੱਛੇ ਚੱਲਣਾ, ਸੱਚ ਦੀ ਜਿਹੜੀ ਆਵਾਜ਼ ਨੂੰ ਪਛਾਣਨਾ ਤੇ ਸੱਚ ਦੇ ਪਿੱਛੇ ਚੱਲਣਾ, ਇਹ ਸਾਡੇ ਲਈ ਇੱਕ ਮੁੱਖ ਕਰਤੱਵ ਹੈ। ਫਾਈਨਲੀ ਲਾਸਟ ਦੇ ਵਿੱਚ ਅਸੀਂ ਇਸ ਚੀਜ਼ ਦੇ ਵਿੱਚ ਆਉਂਦੇ ਹਾਂ, ਮੁੱਖ ਦੀ ਗੱਲ ਤੇ ਆਉਂਦੇ ਹਾਂ ਕਿ ਸਾਨੂੰ ਸੱਚੀਆਂ ਗੱਲਾਂ ਤੇ ਵਿਚਾਰ ਕਰਨ ਦੀ ਲੋੜ ਹੈ। ਉਸ ਤੋਂ ਬਾਅਦ ਲਿਖਿਆ ਹੈ ਜਿਹੜੀਆਂ ਆਦਰਯੋਗ ਹਨ। ਆਦਰਯੋਗ ਗੱਲਾਂ ਕਿਹੜੀਆਂ ਹਨ? ਆਦਰਯੋਗ, ਅੱਜ ਅਸੀਂ ਦੇਖਦੇ ਹਾਂ ਕਿ ਦੁਨੀਆ ਵਿੱਚ ਆਦਰਯੋਗ ਗੱਲ ਜਿਹੜੀ ਹੈ ਉਸ ਨੂੰ ਲੋਕ ਨਹੀਂ ਸਮਝ ਪਾਉਂਦੇ ਕਿ ਆਦਰਯੋਗ ਕੀ ਹੈ। ਆਦਰਯੋਗ ਪਰਮੇਸ਼ਵਰ ਦਾ ਵਚਨ ਹੈ, ਆਦਰਯੋਗ ਪਰਮੇਸ਼ਵਰ ਹੈ। ਆਦਰ ਦੇ ਯੋਗ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਦੇ ਲੋਕ ਜਿਹੜੇ ਨੇ ਉਹ ਆਦਰ ਦੇ ਯੋਗ ਨੇ, ਪਰ ਅਸੀਂ ਵੇਖਦੇ ਹਾਂ ਕਿ ਕਈ ਗੱਲਾਂ ਵਿੱਚ ਲੋਕ ਜਿਹੜੇ ਨੇ ਉਹ ਆਦਰ ਵਾਲੀ ਚੀਜ਼ ਨੂੰ ਆਦਰ ਨਹੀਂ ਦਿੰਦੇ, ਪਰ ਜਿੱਥੇ ਆਦਰ ਨਹੀਂ ਦੇਣਾ ਉੱਥੇ ਆਦਰ ਦਿੰਦੇ ਨੇ। ਤੇ ਆਦਰ ਦੇ ਯੋਗ ਗੱਲਾਂ ਬਹੁਤ ਸਾਰੀਆਂ ਹਨ। ਸਾਨੂੰ ਉਹਨਾਂ ਆਦਰਯੋਗ ਗੱਲਾਂ ਤੇ ਹੀ ਵਿਸ਼ਵਾਸ ਤੇ ਉਸੇ ਗੱਲ ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਹੜੀ ਚੀਜ਼ ਆਦਰ ਦੇ ਯੋਗ ਹੈ। ਰੱਬ ਦੇ ਸੇਵਕਾਂ ਦਾ ਦੁੱਗਣਾ ਆਦਰ ਕਰਨਾ ਚਾਹੀਦਾ ਹੈ, ਬਾਈਬਲ ਦੱਸਦੀ ਹੈ, ਤੇ ਰੱਬ ਦੇ ਵਚਨ ਦਾ ਸਾਨੂੰ ਆਦਰ ਕਰਨਾ ਚਾਹੀਦਾ ਹੈ, ਬਾਈਬਲ ਸਾਨੂੰ ਦੱਸਦੀ ਹੈ। ਪਰ ਅਸੀਂ ਵੇਖਦੇ ਹਾਂ ਕਿ ਬਹੁਤ ਜ਼ਿਆਦਾ ਅੱਜ ਦੇ ਸਮੇਂ ਵਿੱਚ ਵੇਖਦੇ ਹਾਂ ਕਿ ਲੋਕ ਇਸ ਨੂੰ ਛੱਡਦੇ ਜਾਂਦੇ ਨੇ, ਇਸ ਤੋਂ ਲੋਕ ਜਿਹੜੇ ਨੇ ਉਹ ਵਿਪਰੀਤ ਹੁੰਦੇ ਜਾਂਦੇ ਨੇ, ਅਲੱਗ ਹੁੰਦੇ ਜਾਂਦੇ ਨੇ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਅਸੀਂ ਪਰਮੇਸ਼ਰ ਦੇ ਵਚਨ ਤੋਂ ਭਟਕ ਚੁੱਕੇ ਹਾਂ। ਸਾਨੂੰ ਪਰਮੇਸ਼ਰ ਦੇ ਵਚਨ ਤੇ ਵਿਸ਼ਵਾਸ ਕਰਨ ਦੀ ਲੋੜ ਹੈ ਔਰ ਵਚਨ ਆਦਰ ਦੇ ਯੋਗ ਹੈ। ਬਾਈਬਲ ਸਾਨੂੰ ਦੱਸਦੀ ਕਿ ਪਰਮੇਸ਼ਰ ਨੇ ਆਪਣੇ ਵੱਡੇ ਨਾਮ ਨਾਲੋਂ ਵੀ ਜ਼ਿਆਦਾ ਆਪਣੇ ਵਚਨ ਨੂੰ ਆਦਰ ਦਿੱਤਾ ਹੈ। ਸੋ ਪਰਮੇਸ਼ਰ ਚਾਹੁੰਦੇ ਨੇ ਕਿ ਅਸੀਂ ਉਸ ਦੇ ਵਚਨ ਦਾ ਆਦਰ ਕਰੀਏ। ਵਚਨ ਦਾ ਆਦਰ ਕਰਨ ਦਾ ਮਤਲਬ ਕੀ ਹੈ? ਆਦਰ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੀ ਕਰਦੇ ਹੋ, ਸਵੇਰੇ ਸ਼ਾਮ ਉਸ ਨੂੰ ਮੱਥਾ ਟੇਕਦੇ ਹੋ ਤੇ ਇਸ ਨਾਲ ਆਦਰ ਹੁੰਦਾ। ਜੋ ਉਹਦੇ ਵਿੱਚ ਲਿਖਿਆ ਹੈ ਉਸ ਨੂੰ ਫੋਲੋ ਕਰਨਾ, ਉਸ ਦੇ ਪਿੱਛੇ ਚੱਲਣਾ, ਉਸ ਦੀ ਆਵਾਜ਼ ਨੂੰ ਪਛਾਣਦੇ ਹੋਏ ਆਦਰ ਦੀ ਗੱਲ ਜਿਹੜੀ ਹੈ ਉਹ ਆਦਰ ਦੇ ਯੋਗ ਰੱਖਣੀ ਹੈ। ਬਾਈਬਲ 'ਚ ਲਿਖਿਆ ਵਿਆਹ ਸਭਨਾਂ 'ਚ ਆਦਰ ਯੋਗ ਮੰਨਿਆ ਜਾਵੇ। ਸੋ ਆਦਰ ਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਨੇ। ਮੈਂ ਫਾਈਨਲੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲਾਸਟ ਦੇ ਵਿੱਚ ਜਿਹੜੀਆਂ ਗੱਲਾਂ ਨੇ ਇਹ ਸਾਨੂੰ ਸਮਝਣੀਆਂ ਚਾਹੀਦੀਆਂ ਨੇ, ਤੇ ਇਹਨਾਂ ਦੇ ਵਿੱਚ ਮੈਂ ਵਿਚਾਰਧਾਰਾ ਦੇ ਵਿੱਚ ਤੁਹਾਨੂੰ ਲੰਬਾ ਨਹੀਂ ਲੈ ਕੇ ਜਾਵਾਂਗਾ, ਪਰ ਤੁਸੀਂ ਆਪ ਸਰਚ ਕਰੋ, ਵਿਚਾਰ ਕਰੋ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਸੋ ਬਾਈਬਲ ਸਾਨੂੰ ਬਿਆਨ ਕਰਦੀ ਹੈ ਕਿ ਅਸੀਂ ਪਰਮੇਸ਼ਵਰ ਦੇ ਲੋਕਾਂ ਦਾ ਆਦਰ ਕਰੀਏ। ਪਰਮੇਸ਼ਵਰ ਦੇ ਵਚਨ 'ਚ ਲਿਖਿਆ ਕਿ ਇੱਕ ਜਣਾ ਦੂਜੇ ਨੂੰ ਆਪਣੇ ਨਾਲੋਂ ਵੱਧ ਆਦਰ ਦੇ ਯੋਗ ਸਮਝੇ। ਸੋ ਆਦਰ ਦੇ ਯੋਗ ਸਮਝਣ ਦੇ ਬਾਰੇ ਬਾਈਬਲ ਸਾਨੂੰ ਦੱਸਦੀ ਹੈ, ਪਰ ਬਹੁਤ ਦੁੱਖ ਦੇ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਹਰ ਬੰਦਾ ਆਪਣੇ ਨਾਲੋਂ ਦੂਜੇ ਨੂੰ ਨੀਵਾਂ ਵੇਖਦਾ ਹੈ, ਦੂਜੇ ਦੀ ਇਨਸਲਟ ਕਰਦਾ ਹੈ। ਅੱਜ ਦੇ ਸਮੇਂ ਵਿੱਚ ਕੋਈ ਵੀ ਬੰਦਾ ਪਰਮੇਸ਼ਵਰ ਦੇ ਇਸ ਵਚਨ ਦੀ ਜਿਹੜੀ ਹੈ ਉਹ ਇੱਜ਼ਤ ਨਹੀਂ ਕਰਦਾ ਹੈ। ਮੇਰੇ ਅਜ਼ੀਜ਼ੋ, ਅਸੀਂ ਪਰਮੇਸ਼ਵਰ ਦੇ ਹਾਂ ਔਰ ਸਾਨੂੰ ਇਸ ਗੱਲ ਨੂੰ ਸਿੱਖਣ ਦੀ ਲੋੜ ਹੈ ਕਿ ਅਸੀਂ ਆਦਰ ਦੇ ਯੋਗ ਗੱਲਾਂ ਨੂੰ ਆਦਰ ਦੇ ਯੋਗ ਸਮਝੀਏ, ਔਰ ਜਿਹੜੀਆਂ ਯਥਾਰਥ ਹਨ, ਉਚਿਤ ਹਨ, ਜਿਹੜੀਆਂ ਗੱਲਾਂ ਸਹੀ ਹਨ, ਅਸੀਂ ਉਹਨਾਂ ਦੀ ਜਿਹੜੀ ਨੇ ਉਹਨਾਂ ਦੇ ਉੱਤੇ ਮਨ ਉਹਨਾਂ ਤੇ ਲਗਾਉਣਾ ਹੈ। ਬਾਈਬਲ ਸਾਨੂੰ ਦੱਸਦੀ ਹੈ ਉਹਨਾਂ ਤੇ ਅਸੀਂ ਵਿਚਾਰ ਕਰਨਾ ਹੈ। ਸੋ ਬਾਈਬਲ ਦੇ ਮੁਤਾਬਕ ਦੇਖਦੇ ਹਾਂ ਕਿ ਜਿਹੜੀਆਂ ਗੱਲਾਂ ਯਥਾਰਥ ਹਨ, ਯਥਾਰਥ ਦਾ ਮਤਲਬ ਤੁਸੀਂ ਸਾਰੇ ਸਮਝ ਰਹੇ ਹੋ ਕਿ ਜਿਹੜੀਆਂ ਗੱਲਾਂ ਉਚਿਤ ਹਨ, ਔਰ ਉਸ ਤੋਂ ਬਾਅਦ ਲਿਖਿਆ ਜਿਹੜੀਆਂ ਗੱਲਾਂ ਸ਼ੁੱਧ ਹਨ, ਜਿਹੜੀਆਂ ਸੁਹਾਵਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਤੇ ਜੇ ਕੁਝ ਗੁਣ ਹੈ ਤੇ ਜੇ ਕੋਈ ਸੋਭਾ ਹੈ ਤੇ ਇਹਨਾਂ ਤੇ ਵਿਚਾਰ ਕਰੋ। ਮੈਂ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਦੱਸਣਾ ਚਾਹੁੰਦਾ ਤਾਂ ਕਿ ਆਪਾਂ ਮੇਨ ਪ੍ਰਭੂ ਦੇ ਵਚਨ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਤਾਂ ਸਾਨੂੰ ਕਿਹੜੀਆਂ ਗੱਲਾਂ ਤੇ ਵਿਚਾਰ ਕਰਨਾ ਚਾਹੀਦਾ ਹੈ, ਕਿਹੜੀਆਂ ਗੱਲਾਂ ਨੂੰ ਮੰਨਣਾ ਚਾਹੀਦਾ, ਕਿਹੜੀਆਂ ਗੱਲਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਸਕਦੇ ਹਾਂ। ਮੇਰੇ ਪਿਆਰੇ ਭੈਣੋ ਭਰਾਵੋ, ਪਰਮੇਸ਼ਰ ਦੇ ਵਚਨ ਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਸਮਝਣਾ ਹੈ। ਪਰਮੇਸ਼ਰ ਦੀ ਬਾਣੀ ਸਾਨੂੰ ਜੋ ਸਿਖਾਉਂਦੀ ਹੈ ਉਸ ਨੂੰ ਸਮਝਣਾ ਹੈ। ਪਰਮੇਸ਼ਰ ਦੇ ਵਚਨ ਦੇ ਮੁਤਾਬਕ ਕਿ ਜਿਹੜੀਆਂ ਗੱਲਾਂ ਨੇਕ ਨਾਮੀ ਦੀਆਂ, ਬਾਈਬਲ 'ਚ ਲਿਖਿਆ ਹੈ ਕਿ ਨੇਕ ਨਾਮੀ ਦੀਆਂ ਗੱਲਾਂ ਕਿਹੜੀਆਂ ਹਨ, ਜਿਹੜੀਆਂ ਗੱਲਾਂ ਸ਼ੁੱਧ ਹਨ ਉਹ ਕਿਹੜੀਆਂ ਹਨ, ਜਿਹੜੀਆਂ ਸੁਹਾਵਣੀਆਂ ਹਨ ਉਹ ਕਿਹੜੀਆਂ ਹਨ। ਸੋ ਮੈਂ ਇਹਨਾਂ ਸਾਰੀਆਂ ਗੱਲਾਂ ਤੇ ਅਗਰ ਖੁੱਲ੍ਹ ਕੇ ਦੱਸਾਂਗਾ ਤਾਂ ਮੈਂ ਅਗਲਾ ਆਪਣਾ ਜੋ ਮੈਸੇਜ ਹੈ ਪੂਰਾ ਨਹੀਂ ਕਰ ਪਾਵਾਂਗਾ। ਮੈਂ ਚਾਹਾਂਗਾ ਕਿ ਤੁਸੀਂ ਆਪ ਇਹਨਾਂ ਗੱਲਾਂ ਤੇ ਵਿਚਾਰ ਕਰੋ। ਉਸ ਤੋਂ ਬਾਅਦ ਲਿਖਿਆ ਹੈ ਨੇਕ ਨਾਮੀ ਦੀਆਂ, ਇਸ ਦੇ ਬਾਰੇ ਮੈਂ ਪਹਿਲਾਂ ਵੀ ਵਿਚਾਰ ਕੀਤਾ ਹੈ। ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ ਕਿ ਜਦੋਂ ਪਰਮੇਸ਼ਰ ਦੇ ਸੇਵਕ ਸੰਤ ਪੌਲੁਸ ਲਿਖਦੇ ਨੇ ਕਿ ਉਹ ਦੱਸਦੇ ਨੇ ਕਿ ਅਸੀਂ ਮਸੀਹ ਦੀਆਂ ਜਿਉਂਦੀਆਂ ਪੱਤਰੀਆਂ ਹਾਂ, ਤੇ ਕਹਿੰਦਾ ਕਿ ਸਾਡੀ ਨੇਕ ਨਾਮੀ ਤੁਹਾਡੇ ਤੇ ਪ੍ਰਗਟ ਹੈ, ਤੇ ਕਹਿੰਦਾ ਸਾਨੂੰ ਲੋੜ ਹੈ ਨੇਕ ਨਾਮੀ ਦੀਆਂ ਚਿੱਠੀਆਂ ਦੀ। ਮਤਲਬ ਕਿ ਅਸੀਂ ਨੇਕ ਨਾਮੀ ਦੀਆਂ ਚਿੱਠੀਆਂ ਬਣਨਾ ਹੈ। ਲੋਕ ਬਾਈਬਲ ਨੂੰ ਨਹੀਂ ਪੜ੍ਹਦੇ, ਲੋਕ ਤੁਹਾਨੂੰ ਤੇ ਸਾਨੂੰ ਪੜ੍ਹਦੇ ਨੇ। ਇਸ ਲਈ ਬਾਈਬਲ ਦੱਸਦੀ ਹੈ ਕਿ ਸਾਨੂੰ ਜਿਹੜੀਆਂ ਗੱਲਾਂ ਨੇਕ ਨਾਮੀ ਦੀਆਂ ਹਨ ਉਹ ਆਪਣੇ ਜੀਵਨ ਦੇ ਵਿੱਚ ਹੋਣੀਆਂ ਸਾਡੇ ਜ਼ਰੂਰੀ ਨੇ, ਤਾਂ ਕਿ ਲੋਕ ਉਹਨਾਂ ਨੂੰ ਵੇਖ ਕੇ ਪਿਤਾ ਦੀ ਵਡਿਆਈ ਕਰ ਸਕਣ। ਔਰ ਗੁਣਾਂ ਨਾਲ ਭਰਪੂਰ ਜਿਹੜੇ ਤੁਹਾਡੇ ਕੋਲ ਗੁਣ ਨੇ ਤੁਸੀਂ ਪਰਮੇਸ਼ਰ ਦੀ ਮਹਿਮਾ ਲਈ ਇਸਤੇਮਾਲ ਕਰੋ। ਜੇ ਕੋਈ ਸ਼ੋਭਾ ਹੈ ਤੇ ਜੇ ਉਹਨਾਂ ਤੇ ਕੀ ਕਰਨੀ ਹੈ, ਵਿਚਾਰ ਕਰਨੀ ਹੈ। ਤੇ ਜਿਹੜੀ ਸ਼ੋਭਾ ਦੀਆਂ ਗੱਲਾਂ ਹਨ, ਜਿਹੜੀਆਂ ਗੱਲਾਂ ਸ਼ੋਭਾ ਦਿੰਦੀਆਂ ਨੇ, ਉਹਨਾਂ ਤੇ ਵਿਚਾਰ ਕਰਨਾ। ਪਰ ਅਸੀਂ ਜਾਣਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਲੋਕ ਇਹਨਾਂ ਗੱਲਾਂ ਨੂੰ ਛੱਡ ਕੇ
ਬਹੁਤ ਸਾਰੀਆਂ ਹੋਰ ਗੱਲਾਂ ਤੇ ਵਿਚਾਰ ਕਰ ਰਹੇ ਨੇ, ਹੋਰ ਗੱਲਾਂ ਤੇ ਧਿਆਨ ਦਿੰਦੇ ਨੇ ਜਿਹੜੀਆਂ ਗੱਲਾਂ ਉਹਨਾਂ ਨੂੰ ਯੋਗ ਨਹੀਂ ਹਨ, ਪਰ ਉਹ ਗੱਲਾਂ ਕਰਦੇ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਸ ਤਰ੍ਹਾਂ ਕਿਉਂ ਹੈ, ਕਿ ਅਸੀਂ ਕਿਉਂ ਇਸ ਤਰ੍ਹਾਂ ਬਣਨਾ ਹੈ, ਕਿਉਂ ਪਰਮੇਸ਼ਰ ਸਾਨੂੰ ਇਸ ਤਰ੍ਹਾਂ ਕਰਨ ਨੂੰ ਕਹਿੰਦੇ ਨੇ, ਕਿਉਂ ਪਰਮੇਸ਼ਰ ਦੀ ਇਹ ਸੋਚ ਹੈ ਕਿ ਅਸੀਂ ਪੋਜ਼ਿਟਿਵ ਸੋਚ ਸੋਚੀਏ। ਇੱਕ ਮਸੀਹੀ ਹੋਣ ਦੇ ਨਾਤੇ, ਇੱਕ ਪਰਮੇਸ਼ਰ ਦੀ ਸੰਤਾਨ ਹੋਣ ਦੇ ਨਾਤੇ ਸਾਡੇ ਅੰਦਰ ਨੈਗੇਟਿਵ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਪੋਜ਼ਿਟਿਵ ਚੀਜ਼ਾਂ ਸਾਡੇ ਅੰਦਰ ਹੋਣੀਆਂ ਚਾਹੀਦੀਆਂ, ਉਚਿਤ ਗੱਲਾਂ ਸਾਡੇ ਅੰਦਰ ਹੋਣੀਆਂ ਚਾਹੀਦੀਆਂ। ਜਿਹੜੀਆਂ ਗੱਲਾਂ ਪਰਮੇਸ਼ਰ ਤੋਂ ਸੰਭਵ ਨੇ ਔਰ ਪਰਮੇਸ਼ਰ ਉਹ ਕਰ ਸਕਦਾ ਹੈ, ਤੇ ਉਹ ਗੱਲਾਂ ਦੀ ਵਿਚਾਰ ਸਾਨੂੰ ਕਰਨੀ ਚਾਹੀਦੀ ਹੈ। ਬਾਈਬਲ ਦੇ ਮੁਤਾਬਕ ਸਾਡੇ ਅੰਦਰ ਨੈਗੇਟਿਵਿਟੀ ਨਹੀਂ ਹੋਣੀ ਚਾਹੀਦੀ। ਨੈਗੇਟਿਵਿਟੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਸਾਨੂੰ ਪਰਮੇਸ਼ਰ ਵਿੱਚ ਵਧਣ ਤੋਂ ਰੋਕਦੀ ਹੈ। ਨੈਗੇਟਿਵ ਥਿੰਕ ਹਮੇਸ਼ਾ ਸਾਨੂੰ ਰੱਬ ਤੋਂ ਦੂਰ ਲੈ ਕੇ ਜਾਂਦੀ ਹੈ, ਰੱਬ ਦੀ ਹਜ਼ੂਰੀ ਤੋਂ ਦੂਰ ਲੈ ਕੇ ਜਾਂਦੀ ਹੈ। ਸੋ ਮੈਂ ਦੱਸਣਾ ਚਾਹੁੰਦਾ, ਜਦੋਂ ਕਹਾਵਤਾਂ ਦੀ 23 ਦੀ 7 ਆਇਤ ਨੂੰ ਪੜ੍ਹੇ ਤਾਂ ਉੱਥੇ ਲਿਖਿਆ, ਕਿਉਂ ਜੋ ਜਿਹੇ ਉਹਦੇ ਮਨ ਦੇ ਵਿਚਾਰ ਹਨ ਤੇ ਉਹ ਆਪ ਹੈ, ਉਹ ਤੈਨੂੰ ਆਖਦਾ ਤਾਂ ਹੈ ਖਾ ਪੀ, ਪਰ ਉਹਦਾ ਮਨ ਤੇਰੇ ਵੱਲ ਨਹੀਂ ਹੈ। ਇਸੇ ਦੇਖਦੇ ਹਾਂ ਕਿ ਇੱਥੇ ਵਿਚਾਰ ਕਰੀਏ ਤਾਂ ਬਚਨ ਦੱਸਦਾ ਹੈ ਕਿ ਅੱਜ ਦੇ ਸਮੇਂ ਵਿੱਚ ਮਨੁੱਖ ਜਿਹੜਾ ਹੈ, ਜਦੋਂ ਉਸਦੇ ਮਨ ਦੇ ਵਿਚਾਰਾਂ ਦੀ ਤੁਸੀਂ ਗੱਲ ਕਰਦੇ ਹੋ ਤਾਂ ਬਾਈਬਲ ਦੱਸਦੀ ਹੈ ਕਿ ਜਿੱਦਾਂ ਦੇ ਮਨ ਦੇ ਵਿਚਾਰ ਬੰਦੇ ਦੇ ਹੁੰਦੇ ਨੇ ਉਹ ਉਸੇ ਤਰ੍ਹਾਂ ਦਾ ਹੁੰਦਾ ਹੈ। ਦੂਜੇ ਸ਼ਬਦਾਂ 'ਚ ਮੈਂ ਅਗਰ ਤੁਹਾਨੂੰ ਦੱਸਾਂ, ਮੈਂ ਬਹੁਤ ਵਾਰ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਮਨੁੱਖ ਦਾ ਜਿਹੜਾ ਮਨ ਹੈ ਉਹ ਇੱਕ ਲੜਾਈ ਦਾ ਮੈਦਾਨ ਹੈ, ਯੁੱਧ ਦਾ ਮੈਦਾਨ ਹੈ, ਜਿੱਥੇ ਇਨਸਾਨ ਦੇ ਅੰਦਰ ਚੰਗੇ ਤੇ ਬੁਰੇ ਵਿਚਾਰਾਂ ਦੀ ਲੜਾਈ ਹੁੰਦੀ ਹੈ, ਪੋਜ਼ਿਟਿਵ ਥਿੰਕ ਔਰ ਨੈਗੇਟਿਵ ਥਿੰਕ ਦੀ ਲੜਾਈ ਹੁੰਦੀ ਹੈ। ਜਦੋਂ ਨੈਗੇਟਿਵ ਥਿੰਕ ਪੋਜ਼ਿਟਿਵ ਤੇ ਭਾਰੀ ਹੋ ਜਾਂਦੀ, ਕਿ ਚੰਗੇ ਵਿਚਾਰਾਂ ਦੇ ਉੱਤੇ ਜਦੋਂ ਬੁਰੀਆਂ ਨਕਾਰਾਤਮਕ ਚੀਜ਼ਾਂ ਹੈਵੀ ਹੋ ਜਾਂਦੀਆਂ ਨੇ, ਤੇ ਉਹ ਇਨਸਾਨ ਕੀ ਕਰਦਾ ਹੈ, ਉਸੇ ਤਰ੍ਹਾਂ ਦਾ ਬੰਦਾ ਮਨੁੱਖ ਬਣ ਜਾਂਦਾ। ਅੱਜ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਲੋਕ ਸੰਸਾਰ 'ਚ ਨਾਸਤਿਕ ਪਾਈ ਜਾਂਦੇ ਨੇ, ਜਿਹੜੇ ਲੋਕ ਕਹਿੰਦੇ ਨੇ ਕਿ ਰੱਬ ਹੈ ਹੀ ਨਹੀਂ, ਕਿਉਂਕਿ ਉਹਨਾਂ ਦੇ ਮਨ ਦੇ ਵਿਚਾਰ ਨੇ, ਉਹਨਾਂ ਦੇ ਮਨ ਦੇ ਵਿਚਾਰਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਬਣਾ ਦਿੱਤਾ ਹੈ ਕਿ ਉਹ ਇਸ ਗੱਲ ਦਾ ਵਿਚਾਰ ਕਰਦੇ ਨੇ ਕਿ ਪਰਮੇਸ਼ਵਰ ਤਾਂ ਹੈ ਹੀ ਨਹੀਂ। ਸੋ ਇਸ ਲਈ ਬਾਈਬਲ 'ਚ ਲਿਖਿਆ ਕਿ ਮੂਰਖ ਨੇ ਆਪਣੇ ਮਨ 'ਚ ਆਖਿਆ ਕਿ ਪਰਮੇਸ਼ਵਰ ਤਾਂ ਹੈ ਹੀ ਨਹੀਂ। ਸੋ ਜਿੱਦਾਂ ਦਾ ਜਿਹਦਾ ਮਨ ਦਾ ਵਿਚਾਰ ਹੈ, ਉਦਾਂ ਦਾ ਹੀ ਉਹ ਵਿਅਕਤੀ ਬਣ ਜਾਂਦਾ ਹੈ। ਜੇਕਰ ਅੱਜ ਕੋਈ ਤੁਸੀਂ ਕਿਸੇ ਵਿਅਕਤੀ ਨੂੰ ਬੁਰਾਈ ਕਰਦਿਆਂ ਵੇਖਦੇ ਹੋ ਤੇ ਉਹ ਬੁਰੇ ਮਾਰਗ ਤੇ ਚੱਲ ਰਿਹਾ, ਕਿਉਂਕਿ ਉਹਦੇ ਮਨ ਦੇ ਵਿਚਾਰ ਇਹੋ ਜਿਹੇ ਨੇ, ਇਸ ਲਈ ਕੀ ਕਰਦਾ ਹੈ, ਉਹ ਬੁਰੇ ਮਾਰਗ ਦੇ ਉੱਤੇ ਚੱਲਦਾ ਹੈ। ਸੋ ਇਸ ਲਈ ਬਾਣੀ ਦੱਸਦੀ ਹੈ ਕਿ ਜਿੱਦਾਂ ਦੇ ਉਹਦੇ ਮਨ ਦੇ ਵਿਚਾਰ ਹਨ ਤੇ ਇਹੋ ਜਿਹਾ ਉਹ ਆਪ ਹੈ। ਅਗਰ ਅਸੀਂ ਆਪਣੇ ਮਨ ਦੇ ਵਿੱਚ ਨੈਗੇਟਿਵ ਚੀਜ਼ਾਂ ਨੂੰ ਨਹੀਂ ਰੱਖਾਂਗੇ, ਜੇ ਅਸੀਂ ਪੋਜ਼ਿਟਿਵ ਚੀਜ਼ਾਂ ਨੂੰ ਰੱਖਾਂਗੇ, ਉਚਿਤ ਗੱਲਾਂ ਨੂੰ, ਜਿਹੜੀਆਂ ਗੱਲਾਂ ਜਿਵੇਂ ਮੈਂ ਤੁਹਾਨੂੰ ਫਿਲਿੱਪੀਆਂ ਦੇ ਵਿੱਚ 4:8 ਨੂੰ ਦੱਸਿਆ ਕਿ ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰਯੋਗ ਹਨ, ਜਾਂ ਜਿਹੜੀਆਂ ਯਥਾਰਥ ਹਨ, ਜਿਹੜੀਆਂ ਸ਼ੁੱਧ ਗੱਲਾਂ ਹਨ, ਜਿਹੜੀਆਂ ਸੁਹਾਵਣੀਆਂ ਗੱਲਾਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਗੱਲਾਂ ਹਨ, ਜਿਹੜੀਆਂ ਕੁਝ ਗੁਣਾਂ ਨਾਲ ਭਰਪੂਰ ਤੇ ਸ਼ੋਭਾ ਦੀਆਂ ਗੱਲਾਂ ਹਨ, ਉਹਨਾਂ ਗੱਲਾਂ ਤੇ ਵਿਚਾਰ ਕਰਨਾ ਹੈ। ਇਹਦਾ ਮਤਲਬ ਹੈ ਕਿ ਸਾਡੇ ਅੰਦਰ ਪਰਮੇਸ਼ਰ ਪੋਜ਼ਿਟਿਵ ਥਿੰਕਰ ਨੂੰ ਦੇਖਣਾ ਚਾਹੁੰਦਾ ਹੈ ਕਿ ਅਸੀਂ ਪੋਜ਼ਿਟਿਵ ਸੋਚੀਏ। ਸਾਡੇ ਲਈ ਕੋਈ ਇੱਦਾਂ ਦੀ ਮਾੜੀ ਸੋਚ ਨਾ ਸੋਚੀਏ ਕਿ ਹਾਏ ਇੱਦਾਂ ਨਾ ਹੋ ਜਾਏ, ਉੱਦਾਂ ਨਾ ਹੋ ਜਾਏ। ਬੁਰੀਆਂ ਚੀਜ਼ਾਂ ਦੇ ਉੱਤੇ ਅਸੀਂ ਫਟਾਫਟ ਕੀ ਕਰਦੇ ਹਾਂ, ਆਪਣਾ ਮਨ ਲਗਾ ਲੈਂਦੇ ਹਾਂ। ਤੇ ਹਮੇਸ਼ਾ ਯਾਦ ਰੱਖੋ, ਤੁਹਾਡੇ ਮਨ ਦੇ ਵਿੱਚ ਜਿਹੜੀਆਂ ਵੀ ਬੁਰੀਆਂ ਚੀਜ਼ਾਂ ਘਰ ਕਰ ਲੈਂਦੀਆਂ ਨੇ, ਉਹੀ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਉਸੇ ਤਰ੍ਹਾਂ ਦਾ ਵਿਅਕਤੀ ਬਣਾ ਦਿੰਦੀਆਂ ਨੇ ਜਿੱਦਾਂ ਦਾ ਤੁਸੀਂ ਸੋਚ ਵਿਚਾਰ ਰੱਖਦੇ ਹੋ। ਸੋ ਇਸ ਲਈ ਸੋਚਾਂ ਵਿਚਾਰਾਂ ਦਾ ਜਿਹੜਾ ਸਿਲਸਿਲਾ ਹੈ, ਇਹ ਮਨੁੱਖ ਦੇ ਉੱਤੇ ਬਹੁਤ ਹੀ ਵੱਡਾ ਪ੍ਰਭਾਵ ਪਾਉਂਦਾ ਹੈ। ਜੇਕਰ ਤੁਸੀਂ ਚੰਗੀਆਂ ਸੋਚਾਂ ਸੋਚਣ ਦੀ ਕੋਸ਼ਿਸ਼ ਕਰੋਗੇ, ਚੰਗੀ ਸੋਚ ਤੁਹਾਨੂੰ ਸੋਚਣ ਲਈ ਬਹੁਤ ਹੀ ਜਦੋਜਹਿਦ ਕਰਨੀ ਪੈਂਦੀ ਹੈ। ਚੰਗੀਆਂ ਚੀਜ਼ਾਂ ਆਪਣੇ ਮਨ 'ਚ ਲਿਆਉਣ ਦੇ ਲਈ ਤੁਹਾਨੂੰ ਬਹੁਤ ਹੀ ਜਦੋਜਹਿਦ ਕਰਨੀ ਪੈਂਦੀ ਹੈ। ਇਸ ਲਈ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਮਨ ਹੈ, ਇਹ ਇੱਕ ਲੜਾਈ ਦਾ ਮੈਦਾਨ ਹੈ। ਇਹਦੇ ਵਿੱਚ ਰੋਜ਼ ਯੁੱਧ ਹੁੰਦਾ ਹੈ। ਕਈ ਲੋਕ ਇਸ ਯੁੱਧ ਨੂੰ ਹਾਰ ਜਾਂਦੇ ਨੇ। ਜਿਹੜਾ ਮਨ ਦੇ ਵਿੱਚੋਂ ਆਪਣੇ ਯੁੱਧ ਦੇ ਹਾਰ ਜਾਂਦਾ, ਕਈ ਲੋਕ ਤੁਹਾਨੂੰ ਪਤਾ ਇਸ ਲਈ ਆਪਣੇ ਆਪ ਤੋਂ ਹਾਰ ਕੇ ਉਹ ਕੁਰਾਹੇ ਪੈ ਜਾਂਦੇ ਨੇ, ਉਹ ਸੁਸਾਈਡ ਕਰ ਲੈਂਦੇ ਨੇ, ਜਾਂ ਹੋਰ ਕਈ ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਚਲੇ ਜਾਂਦੇ ਨੇ ਜਿਹੜੀਆਂ ਉਹਦੇ ਜੀਵਨ ਨੂੰ ਬਰਬਾਦ ਕਰ ਦਿੰਦੀਆਂ ਨੇ। ਪਰ ਮੇਰੇ ਅਜ਼ੀਜ਼ੋ, ਇਸ ਲਈ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜੇ ਆਪਣੇ ਅੰਦਰੋਂ ਤੁਸੀਂ ਨੈਗੇਟਿਵ ਥਿੰਕ ਨੂੰ ਦੂਰ ਕਰੋਗੇ ਤਾਂ ਪਰਮੇਸ਼ਰ ਨਿਸ਼ਚੈ ਤੁਹਾਡੇ ਜੀਵਨ ਦੇ ਵਿੱਚ ਆਸ਼ੀਸ਼ਿਤ ਕਰਕੇ ਤੁਹਾਨੂੰ ਖੜਾ ਕਰੇਗਾ। ਔਰ ਉਸ ਤੋਂ ਬਾਅਦ ਕਹੋ ਤਾਂ 17 ਦੀ 22 'ਚ ਦੇਖਦੇ ਹਾਂ ਕਿ ਖੁਸ਼ ਦਿਲੀ ਦਵਾ ਵਾਂਗੂ ਚੰਗਾ ਕਰਦੀ ਹੈ, ਪਰ ਉਦਾਸ ਆਤਮਾ ਹੱਡੀਆਂ ਨੂੰ ਸਿਖਾਉਂਦਾ ਹੈ। ਇਸ ਜਗ੍ਹਾ ਤੇ ਤੁਸੀਂ ਵਿਚਾਰ ਕਰਕੇ ਵੇਖੋ ਬਾਈਬਲ ਕੀ ਦੱਸਦੀ ਹੈ ਕਿ ਜਿਹੜੀ ਖੁਸ਼ ਦਿਲੀ ਹੈ ਉਹ ਕੀ ਕਰਦੀ ਹੈ, ਔਰ ਜਿਹੜਾ ਉਦਾਸ ਆਤਮਾ ਹੈ ਉਹ ਕੀ ਕਰਦਾ ਹੈ। ਇੱਥੇ ਲਿਖਿਆ ਹੈ ਕਿ ਜਿਹੜੀ ਖੁਸ਼ ਦਿਲੀ ਹੈ, ਖੁਸ਼ ਦਿਲ ਦਾ ਮਤਲਬ ਅਗਰ ਤੁਹਾਡੇ ਦਿਲ ਦੇ ਵਿਚਾਰ ਚੰਗੇ ਨੇ, ਤੁਹਾਡੇ ਮਨ ਦੇ ਵਿੱਚ ਚੰਗੇ ਵਿਚਾਰ ਨੇ, ਤੁਹਾਡੇ ਮਨ ਦੇ ਵਿੱਚ ਸ਼ੁੱਧ ਵਿਚਾਰ ਨੇ, ਤੁਹਾਡੇ ਮਨ ਦੇ ਵਿੱਚ ਪੋਜ਼ਿਟਿਵ ਵਿਚਾਰ ਨੇ, ਤਾਂ ਤੁਹਾਡਾ ਦਿਲ ਖੁਸ਼ ਰਹੇਗਾ, ਆਨੰਦਿਤ ਰਹੇਗਾ, ਬਾਗ-ਬਾਗ ਹੋਵੇਗਾ। ਪਰ ਜਦੋਂ ਸਾਡੇ ਮਨ ਦੇ ਵਿੱਚ ਹੀ ਅਸ਼ਾਂਤੀ ਹੈ, ਸਾਡੇ ਮਨ ਦੇ ਵਿੱਚ ਹੀ ਨੈਗੇਟਿਵ ਥਿੰਗਸ ਹੈ, ਸਾਡੇ ਮਨ ਦੇ ਵਿੱਚ ਹੀ ਬੁਰੇ
ਵਿਚਾਰ ਭਰੇ ਹੋਏ ਨੇ ਤਾਂ ਫਿਰ ਕਦੀ ਵੀ ਮਨ ਵੀ ਖੁਸ਼ ਨਹੀਂ ਰਹਿ ਸਕਦਾ। ਪਰ ਉਹਨਾਂ ਬੁਰੇ ਉਦਾਸ ਆਤਮਾ ਦੇ ਕਾਰਨ ਹੱਡੀਆਂ ਵੀ, ਅਸੀਂ ਜਾਣਦੇ ਹਾਂ ਕਿ ਅੱਜ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਬਿਮਾਰ ਪਾਏ ਜਾਂਦੇ ਨੇ। ਬਿਮਾਰੀਆਂ ਦੀਆਂ ਕੋਈ ਸੀਮਾ ਨਹੀਂ। ਬਿਮਾਰ ਅੱਜ ਲੋਕ ਜਿਹੜੇ ਨੇ ਉਹ ਇੰਨੇ ਜ਼ਿਆਦਾ ਬਿਮਾਰ ਨੇ ਜਿਨ੍ਹਾਂ ਦੀ ਅਸੀਂ ਦੇਖਦੇ ਹਾਂ ਕਿ ਬਿਮਾਰੀ ਇੱਕ ਤਰ੍ਹਾਂ ਦੀ ਨਹੀਂ ਹੈ। ਹਜ਼ਾਰਾਂ ਲੱਖਾਂ ਬਿਮਾਰੀਆਂ ਅੱਜ ਲੋਕਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਔਰ ਉਸ ਲਈ ਉਹ ਕੀ ਕਰਦੇ ਨੇ, ਭਟਕਦੇ ਫਿਰਦੇ ਨੇ, ਉਦਾਸ ਹੋ ਕੇ ਉਹ ਦਵਾਈਆਂ ਖਾ ਰਹੇ ਨੇ, ਦੁਖੀ ਹੋ ਕੇ ਦਵਾਈਆਂ ਖਾ ਰਹੇ ਨੇ, ਆਪਣਾ ਪੈਸਾ ਬਰਬਾਦ ਕਰਕੇ ਪਰੇਸ਼ਾਨੀ ਦੇ ਨਾਲ ਜੀਵਨ ਬਿਤਾ ਰਹੇ ਨੇ। ਲਿਖਿਆ ਹੈ ਕਿ ਉਹ ਉਦਾਸੀ, ਉਹ ਜਿਹੜੀ ਬੇਚੈਨੀ, ਉਹ ਨੈਗੇਟਿਵ ਥਿੰਕ ਉਹ ਕੀ ਕਰਦੀ ਹੈ, ਉਹਨਾਂ ਦੀਆਂ ਹੱਡੀਆਂ ਤੱਕ ਨੂੰ ਵੀ ਕੀ ਕਰ ਦਿੰਦੀ ਹੈ। ਇਸ ਜਗ੍ਹਾ ਤੇ ਲਿਖਿਆ ਸੁਕਾ ਸੁਕਦੀ ਹੈ, ਮਤਲਬ ਹੱਡੀਆਂ ਨੂੰ ਵੀ ਉਹ ਤੁਹਾਡੀ ਬੋਨ ਨੂੰ ਵੀ ਵੀਕ ਕਰ ਦਿੰਦੀ ਹੈ। ਸੋ ਮੈਂ ਦੱਸਣਾ ਚਾਹੁੰਦਾ ਕਿ ਕੋਈ ਚੀਜ਼ ਤੁਹਾਡੇ ਖਾਣ ਨਾਲ ਤੁਹਾਨੂੰ ਇੰਨੀ ਐਨਰਜੀ ਨਹੀਂ ਦੇ ਸਕਦੀ ਜਿਹੜੀ ਤੁਹਾਡੀ ਸੋਚ ਹੈ, ਤੁਹਾਡੀ ਪੋਜ਼ਿਟਿਵ ਹੋਣ ਨਾਲ ਤੁਹਾਨੂੰ ਐਨਰਜੀ ਮਿਲਦੀ ਹੈ। ਆਪਣੇ ਅੰਦਰ ਇੱਕ ਸਹੀ ਸੋਚ, ਇੱਕ ਸਹੀ ਵਿਚਾਰ ਨੂੰ ਲਿਆਓ। ਬਾਈਬਲ ਦੱਸਦੀ ਹੈ ਕਿ ਖੁਸ਼ਦਿਲੀ ਦਵਾਈ ਵਾਂਗੂ ਚੰਗਾ ਕਰਦੀ, ਦਵਾ ਵਾਂਗੂ ਚੰਗਾ ਕਰਦੀ ਹੈ। ਤਾਂ ਮੈਂ ਦੱਸਣਾ ਚਾਹੁੰਦਾ ਇੱਥੇ ਖੁਸ਼ਦਿਲੀ ਯਾਨੀ ਪੋਜ਼ਿਟਿਵ ਥਿੰਕ ਦੀ ਜਿਹੜੀ ਤੁਲਨਾ ਹੈ ਉਹ ਇੱਕ ਦਵਾਈ ਦੇ ਨਾਲ ਕੀਤੀ ਗਈ ਹੈ। ਲਾਈਕ ਏ ਮੈਡੀਸਿਨ, ਮੈਡੀਸਿਨ ਦੀ ਤਰ੍ਹਾਂ, ਮੈਡੀਸਿਨ ਦੀ ਤਰ੍ਹਾਂ ਬਾਈਬਲ ਸਾਨੂੰ ਦੱਸਦੀ ਹੈ ਕਿ ਮੈਡੀਸਿਨ ਦੀ ਤਰ੍ਹਾਂ ਉਹ ਇੱਕ ਖੁਸ਼ਦਿਲੀ ਕੰਮ ਕਰਦੀ ਹੈ। ਤੁਸੀਂ ਆਪਣੇ ਮਨ ਦੇ ਵਿੱਚ ਖੁਸ਼ੀ ਲਿਆਓ। ਇਸ ਗੱਲ ਦੇ ਲਈ ਬਾਈਬਲ ਸਾਨੂੰ ਬਹੁਤ ਹੀ ਖੂਬਸੂਰਤੀ ਨਾਲ ਦੱਸਦੀ ਹੈ ਕਿ ਅਸੀਂ ਕਿਵੇਂ ਇਸ ਖੁਸ਼ੀ ਨੂੰ ਮਨਾਉਣਾ ਹੈ, ਕਿਸ ਤਰ੍ਹਾਂ ਖੁਸ਼ ਹੋਣਾ ਹੈ। ਔਰ ਇਹਦੇ ਵਿੱਚ ਬਾਈਬਲ ਸਾਨੂੰ ਹੋਰ ਵੀ ਦੱਸਦੀ ਹੈ, ਜਦੋਂ ਅਸੀਂ ਯਾਕੂਬ ਦੀ 1-2 ਆਇਤ ਨੂੰ ਪੜ੍ਹਦੇ ਤਾਂ ਉੱਥੇ ਲਿਖਿਆ ਹੈ ਕਿ ਜਦੋਂ ਸਾਡੇ 'ਤੇ ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ, ਪਰੇਸ਼ਾਨੀਆਂ, ਦੁੱਖ ਪਰੇਸ਼ਾਨੀ ਆਉਂਦੀ ਹੈ ਤੇ ਅਸੀਂ ਬੜੇ ਕਈ ਵਾਰ ਦੇਖਦੇ ਹਾਂ ਲੋਕਾਂ ਨੂੰ ਜਦੋਂ ਪਰਤਾਵੇ ਆਉਂਦੇ ਨੇ ਤੇ ਉਹ ਹਾਰ ਜਾਂਦੇ ਨੇ, ਆਪਣੀ ਜ਼ਿੰਦਗੀ 'ਚ ਨੈਗੇਟਿਵ ਥਿੰਕ ਜਿਹੜੀ ਉਹਨਾਂ ਦੇ ਸਮਾ ਜਾਂਦੀ ਹੈ। ਪਰ ਇੱਥੇ ਲਿਖਿਆ ਹੈ ਭਰਾਵੋ, ਜਦ ਤੁਸੀਂ ਭਾਂਤ-ਭਾਂਤ ਦੇ ਪਰਤਾਵੇ ਵਿੱਚ ਪਾਓ ਤਾਂ ਉਸਨੂੰ ਪੂਰਨ ਆਨੰਦ ਦੀ ਗੱਲ ਸਮਝੋ। ਕਿਉਂ ਆਨੰਦ ਦੀ ਗੱਲ ਸਮਝੇ ਜਦੋਂ ਭਾਂਤ-ਭਾਂਤ ਦੇ ਪਰਤਾਵੇ ਆਉਣ? ਕਿਉਂਕਿ ਸਾਡੇ ਮਨ ਦੇ ਵਿਚਾਰ ਪੋਜ਼ਿਟਿਵ ਨੇ। ਅਸੀਂ ਜਾਣਦੇ ਹਾਂ ਕਿ ਪਰਤਾਵੇ ਆ ਸਕਦੇ ਨੇ, ਅਸੀਂ ਜਾਣਦੇ ਹਾਂ ਕਿ ਪਰਤਾਵੇ ਆਉਣਗੇ, ਪਰ ਪਰਤਾਵੇ ਜਦੋਂ ਆਉਣਗੇ ਤੇ ਆਨੰਦ ਦੀ ਗੱਲ ਸਮਝਣਾ। ਆਨੰਦ ਦੀ ਗੱਲ ਕਿਉਂ? ਕਿਉਂਕਿ ਸਾਨੂੰ ਪਤਾ ਹੈ ਕਿ ਪਰਤਾਵੇ ਜਿਹੜੇ ਨੇ ਉਹ ਨਹੀਂ ਖੜੇ ਰਹਿਣਗੇ ਪਰ ਅਸੀਂ ਖੜੇ ਰਵਾਂਗੇ, ਕਿਉਂਕਿ ਸਾਡੇ ਮਨ ਦੇ ਵਿਚਾਰ ਜਿਹੜੇ ਨੇ ਉਹ ਪੋਜ਼ਿਟਿਵ ਨੇ। ਜਾਂ ਸਾਨੂੰ ਪਤਾ ਹੈ ਕਿ ਸਾਡੇ ਮਨ ਦੇ ਵਿਚਾਰ ਸਹੀ ਨੇ, ਅਸੀਂ ਸਹੀ ਗੱਲਾਂ 'ਤੇ ਚਿੱਤ ਲਾਇਆ ਹੈ, ਅਸੀਂ ਸੱਚੀਆਂ ਤੇ ਆਦਰਯੋਗ ਔਰ ਯਥਾਰਥ ਤੇ ਸ਼ੁੱਧ ਤੇ ਜਿਹੜੀਆਂ ਸੁਹਾਵਣੀਆਂ, ਨੇਕ ਨਾਮੀ ਦੀਆਂ ਤੇ ਗੁਣਾਂ ਨਾਲ ਭਰਪੂਰ ਤੇ ਜਿਹੜੀਆਂ ਸੋਭਾ ਦੀਆਂ ਗੱਲਾਂ ਨੇ, ਅਸੀਂ ਉਹਨਾਂ 'ਤੇ ਹੀ ਕੀ ਕੀਤਾ ਹੈ, ਮਨ ਲਗਾਇਆ। ਤੇ ਸਾਨੂੰ ਪਤਾ ਹੈ ਕਿ ਪਰਤਾਵੇ ਹਾਰਨਗੇ। ਔਰ ਇਸ ਲਈ ਬਾਈਬਲ 'ਚ ਲਿਖਿਆ ਹੈ ਕਿ ਪੂਰਨ ਆਨੰਦ ਦੀ ਗੱਲ ਸਮਝੋ। ਆਪਣੇ ਅੰਦਰ ਇੱਕ ਆਨੰਦ ਲਿਆਓ, ਸ਼ਾਂਤੀ ਔਰ ਆਨੰਦ ਨਾਲ ਭਰਪੂਰ ਹੋ ਜਾਓ, ਕਿਉਂਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਤੁਸੀਂ ਪੋਜ਼ਿਟਿਵ ਥਿੰਕ ਨਾਲ ਭਰੇ ਹੋਏ, ਪਰਮੇਸ਼ਰ ਨੇ ਤੁਹਾਨੂੰ ਆਪਣੇ ਵਚਨਾਂ ਨਾਲ ਭਰਿਆ ਹੋਇਆ ਤੇ ਪਰਮੇਸ਼ਰ ਦੇ ਵਚਨ ਤੁਹਾਨੂੰ ਹਮੇਸ਼ਾ ਪੋਜ਼ਿਟਿਵ ਕਰਦੇ ਨੇ। ਤੁਹਾਨੂੰ ਪਰਮੇਸ਼ਰ ਦਾ ਵਚਨ ਹਮੇਸ਼ਾ ਹੀ ਪੋਜ਼ਿਟਿਵ ਸੋਚ ਦੇ ਵੱਲ ਲੈ ਕੇ ਜਾਂਦਾ ਹੈ ਕਿ ਅਸੀਂ ਉਹਨਾਂ ਚੀਜ਼ਾਂ 'ਤੇ ਵਿਚਾਰ ਕਰੀਏ ਜਿਹੜੀਆਂ ਗੱਲਾਂ ਸਾਨੂੰ ਸੱਚਮੁੱਚ ਪਰਮੇਸ਼ਵਰ ਦੇ ਪਿੱਛੇ ਚੱਲਣ ਲਈ ਪ੍ਰੇਰਿਤ ਕਰਦੀਆਂ ਨੇ। ਔਰ ਅਸੀਂ ਦੇਖਦੇ ਹਾਂ ਕਿ ਜਦੋਂ ਪਹਿਲਾ ਤਿਸਲੁਨੀਕੀਆਂ ਦੀ ਕਿਤਾਬ ਦਾ 5 ਅਧਿਆਇ ਤੇ 16 ਤੋਂ 19 ਤੱਕ, ਇੱਥੇ 3 ਆਇਤਾਂ ਦੇ ਵਿੱਚ ਅਸੀਂ 3-4 ਆਇਤਾਂ ਦੇ ਵਿੱਚ ਵੇਖ ਲਵਾਂਗੇ। ਤੇ ਲਿਖਿਆ ਪਹਿਲੀ 16 ਦੇ ਵਿੱਚ ਲਿਖਿਆ ਸਦਾ ਆਨੰਦ ਤੇ ਰਹੋ। ਸਦਾ ਆਨੰਦ ਰਹੋ। ਆਨੰਦ ਦਾ ਰਹੋ ਦਾ ਮਤਲਬ ਕਿ ਸਦਾ ਆਨੰਦ ਰਹੋ। ਪਹਿਲੀ ਗੱਲ ਕਿ ਅਸੀਂ ਇੱਕ ਪਲ ਹੀ ਨਹੀਂ, 2 ਪਲ ਹੀ ਨਹੀਂ, ਸਦਾ ਖੁਸ਼ ਰਹਿਣਾ। ਖੁਸ਼ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਿਨਾਂ ਕਿਸੇ ਕਾਰਨ ਉੱਦਾਂ ਹੀ ਹੱਸਣ ਦਾ ਨਾਟਕ ਕਰੋ ਜਾਂ ਕੋਈ ਇਸ ਤਰ੍ਹਾਂ ਦਾ ਦਿਖਾਵਾ ਕਰੋ। ਇਹ ਦਿਖਾਵਾ ਨਹੀਂ, ਤੁਹਾਡੇ ਮਨ ਦਾ ਆਨੰਦ ਜਿਹੜਾ ਉਹ ਅੰਦਰੋਂ ਉਮੜਦਾ ਜਦ ਤੁਸੀਂ ਰੱਬ ਵਿੱਚ ਆਨੰਦਿਤ ਰਹਿੰਦੇ ਹੋ। ਔਰ ਲਿਖਿਆ ਨਿਤ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ, ਪਰਮੇਸ਼ਰ ਦੇ ਨਾਲ ਬਣੇ ਰਹੋ। ਆਨੰਦਿਤ ਤੁਹਾਡਾ ਆਨੰਦ ਦਾ ਕਾਰਨ ਪਰਮੇਸ਼ਰ ਹੈ। ਔਰ ਉਸ ਤੋਂ ਬਾਅਦ ਲਿਖਿਆ ਹਰ ਹਾਲ ਵਿੱਚ ਧੰਨਵਾਦ ਕਰਿਆ ਕਰੋ, ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ਰ ਦੀ ਇਹੋ ਇੱਛਾ ਹੈ ਕਿ ਅਸੀਂ ਹਰ ਹਾਲ ਵਿੱਚ, ਹਾਲਾਤ ਚਾਹੇ ਕਿੱਦਾਂ ਦੇ ਵੀ ਹੋਣ। ਮੈਂ ਜਾਣਦਾ ਕਿ ਜਿਹੜੇ ਤੁਸੀਂ ਮੈਨੂੰ ਸੁਣ ਰਹੇ ਹੋ ਕਿ ਕਈ ਵਾਰ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਦਾ ਹਾਲਾਤ ਜਿਹੜੇ ਨੇ ਉਹ ਤੁਹਾਨੂੰ ਆਨੰਦਿਤ ਨਹੀਂ ਹੋਣ ਦਿੰਦੇ। ਹਾਲਾਤ ਇਹੋ ਜਿਹੇ ਨੇ, ਤੁਹਾਨੂੰ ਲੱਗਦਾ ਉਹਨਾਂ ਵੱਲ ਦੇਖ ਕੇ ਡਰ ਲੱਗਦਾ ਹੈ, ਤੁਹਾਨੂੰ ਲੱਗਦਾ ਹੈ ਕਿ ਕੀ ਹੋਵੇਗਾ, ਕਿੱਦਾਂ ਹੋਵੇਗਾ। ਪੋਜ਼ਿਟਿਵ ਚੀਜ਼ ਨਹੀਂ ਆ ਦਿਮਾਗ 'ਚ ਆ ਰਹੀ, ਨੈਗੇਟਿਵ ਚੀਜ਼ਾਂ, ਨੈਗੇਟਿਵ ਗੱਲਾਂ ਆ ਰਹੀਆਂ, ਕਿਤੇ ਇੱਦਾਂ ਨਾ ਹੋ ਜਾਏ, ਕਿਤੇ ਉੱਦਾਂ ਨਾ ਹੋ ਜਾਏ, ਕਿਤੇ ਇਹ ਨਾ ਹੋ ਜਾਏ, ਕਿਤੇ ਉਹ ਨਾ ਹੋ ਜਾਏ। ਮੇਰੇ ਅਜ਼ੀਜ਼ੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਚਾਹੇ ਕੁਝ ਵੀ ਦੁਨੀਆ 'ਤੇ ਵਾਪਰੇ, ਪਰ ਯਾਦ ਰੱਖੋ ਕਿ ਜੇ ਤੁਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲ ਰਹੇ ਹੋ, ਪਰਮੇਸ਼ਰ ਦੇ ਵਚਨ 'ਤੇ ਮਨ ਲਾਇਆ ਹੈ, ਤਾਂ ਜਿਹੜੀਆਂ ਗੱਲਾਂ ਤੁਹਾਨੂੰ ਪਰਮੇਸ਼ਰ ਨੇ ਸੌਂਪੀਆਂ ਨੇ ਉਹ ਤੁਹਾਨੂੰ ਆਨੰਦਿਤ ਹੀ ਰੱਖਣਗੀਆਂ। ਔਰ ਪਰਮੇਸ਼ਰ ਦੇ ਆਨੰਦ ਰੱਖਣ ਵਾਲਿਆਂ ਲਈ ਬਹੁਤ ਜ਼ਰੂਰੀ ਹੈ ਯਾਦ ਰੱਖੋ ਕਿ ਪਰਮੇਸ਼ਰ ਦਾ ਆਨੰਦ ਸਾਡੇ ਲਈ ਇੱਕ ਤਾਕਤ ਹੈ। ਪਰਮੇਸ਼ਰ ਦਾ ਆਨੰਦ
ਸਾਡੇ ਲਈ ਇੱਕ ਤਾਕਤ ਤੇ ਸਾਡਾ ਦ੍ਰਿੜ ਗੜ੍ਹ ਹੈ। ਮੇਰੇ ਅਜ਼ੀਜ਼ੋ, ਜੇ ਤੁਸੀਂ ਪਰਮੇਸ਼ਰ ਦੇ ਵਚਨ ਨਾਲ ਭਰਪੂਰ ਹੋ ਜਾਓਗੇ ਤਾਂ ਨਿਸ਼ਚੇ ਤੁਸੀਂ ਆਨੰਦਿਤ ਰਹਿ ਪਾਓਗੇ। ਔਰ ਲਿਖਿਆ ਹਰ ਹਾਲ ਵਿੱਚ ਧੰਨਵਾਦ ਕਰੋ। ਧੰਨਵਾਦ ਕਰਨਾ ਹੈ, ਧੰਨਵਾਦ ਹਰ ਹਾਲ ਦੇ ਵਿੱਚ ਮਤਲਬ ਧੰਨਵਾਦ ਕਰਨਾ। ਥੈਂਕਸ ਲਾਰਡ, ਥੈਂਕ ਯੂ ਲਾਰਡ, ਥੈਂਕ ਯੂ ਲਾਰਡ। ਮਹਾਨ ਪਿਤਾ ਤੇਰਾ ਧੰਨਵਾਦ ਕਿ ਜੇ ਮੇਰੇ ਤੇ ਪ੍ਰੋਬਲਮ ਆਈ ਹੈ, ਮੈਂ ਜਾਣਦਾ ਪਿਤਾ ਕਿ ਤੂੰ ਮੈਨੂੰ ਇਹਦੇ ਵਿੱਚੋਂ ਕੱਢ ਸਕਦਾ। ਮੈਨੂੰ ਪਤਾ ਹੈ ਪਿਤਾ ਕਿ ਤੂੰ ਮੈਨੂੰ ਇਹਦੇ ਵਿੱਚੋਂ ਬਾਹਰ ਕੱਢੇਗਾ, ਕਿਉਂਕਿ ਮੈਂ ਜਾਣਦਾ ਕਿ ਮੈਂ ਪਿਆਰੇ ਪਿਤਾ ਪਰਮੇਸ਼ਰ ਨੈਗੇਟਿਵ ਸੋਚਣ ਲਈ ਨਹੀਂ ਸੱਦਿਆ ਗਿਆ। ਮੇਰੀ ਸੋਚ ਨੈਗੇਟਿਵ ਨਹੀਂ ਹੈ ਪਿਆਰੇ ਪ੍ਰਭੂ। ਤੇਰਾ ਵਚਨ ਕਹਿੰਦਾ ਕਿ ਸਭ ਚੀਜ਼ਾਂ ਗਿਰ ਜਾਣਗੀਆਂ ਪਰ ਤੂੰ ਖੜਾ ਰਵੇਂਗਾ। ਤੇਰੇ ਮੁੱਢ 1000 ਤੇਰੇ ਸਜਾ 10,000 ਡਿੱਗਣਗੇ ਪਰ ਉਹ ਤੇਰੇ ਨੇੜੇ ਨਹੀਂ ਆ ਸਕਦੇ। ਬਾਈਬਲ ਬਿਆਨ ਕਰਦੀ ਹੈ ਕਿ ਕੋਈ ਵੀ ਚੀਜ਼ ਜਿਹੜੀ ਤੇਰੇ ਨੁਕਸਾਨ ਲਈ ਬਣਾਈ ਗਈ ਹੈ, ਉਹਨਾਂ ਵਿੱਚੋਂ ਕੋਈ ਵੀ ਚੀਜ਼ ਤੇਰਾ ਨੁਕਸਾਨ ਨਹੀਂ ਕਰ ਪਾਏਗੀ। ਹਰ ਹਥਿਆਰ ਜਿਹੜਾ ਤੇਰੇ ਨੁਕਸਾਨ ਲਈ ਬਣਾਇਆ ਗਿਆ ਉਹ ਨਿਕੰਮਾ ਹੋਵੇਗਾ। ਹਰ ਜੀਭ ਜਿਹੜੀ ਤੁਹਾਡੇ ਵਿਰੁੱਧ ਬੋਲਦੀ ਹੈ ਝੂਠੀ ਠਹਿਰੇਗੀ। ਪਰਮੇਸ਼ਰ ਦਾ ਵਚਨ ਬੜੀ ਸਫਾਈ ਦੇ ਨਾਲ ਕਹਿੰਦਾ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਖੜੇ ਹਾਂ। ਤਾਂ ਇਸ ਲਈ ਹਰ ਹਾਲ 'ਚ ਸਾਡਾ ਫਰਜ਼ ਹੈ ਕਿ ਅਸੀਂ ਪਰਮੇਸ਼ਰ ਦਾ ਧੰਨਵਾਦ ਕਰੀਏ, ਕਿਉਂਕਿ ਪਰਮੇਸ਼ਰ ਦੀ ਇਹੋ ਹੀ ਇੱਛਾ ਹੈ ਸਾਡੇ ਲਈ ਤੇ ਤੁਹਾਡੇ ਲਈ ਮਸੀਹ ਵਿੱਚ। ਔਰ ਲਿਖਿਆ ਆਤਮਾ ਨੂੰ ਨਾ ਬੁਝਾਓ, ਆਤਮਾ ਨੂੰ ਨਾ ਬੁਝਾਓ, ਯਾਨੀ ਕਿ ਜੇ ਅਸੀਂ ਆਤਮਾ ਦੇ ਦੁਆਰਾ ਚੱਲਦੇ ਹਾਂ ਤਾਂ ਆਤਮਾ ਨੂੰ ਸ਼ੋਕਿਤ ਨਾ ਕਰੀ, ਆਤਮਾ ਨੂੰ ਨਾ ਬੁਝਾਓ, ਕਿਉਂਕਿ ਇਹ ਕੰਮ ਪਵਿੱਤਰ ਆਤਮਾ ਹੀ ਕਰਦਾ ਹੈ। ਇਹ ਸਾਨੂੰ ਪਰਮੇਸ਼ਰ ਦਾ ਆਤਮਾ ਹੀ ਚਲਾਉਂਦਾ ਹੈ ਔਰ ਆਤਮਾ ਹੀ ਸਾਡੇ ਅੰਦਰ ਇਹਨਾਂ ਚੀਜ਼ਾਂ ਨੂੰ ਭਰਦਾ ਹੈ ਕਿ ਅਸੀਂ ਪਰਮੇਸ਼ਰ ਦੇ ਵਿੱਚ ਦਲੇਰੀ ਦੇ ਨਾਲ ਚੱਲੀਏ। ਜਿਵੇਂ ਕਿ ਯੂਹੰਨਾ 14:27 ਦੇ ਵਿੱਚ ਲਿਖਿਆ, ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ, ਜਿਸ ਤਰ੍ਹਾਂ ਸੰਸਾਰ ਦਿੰਦਾ ਹੈ ਮੈਂ ਉਸ ਤਰ੍ਹਾਂ ਤੁਹਾਨੂੰ ਨਹੀਂ ਦਿੰਦਾ ਹਾਂ। ਤੁਹਾਡਾ ਦਿਲ ਨਾ ਘਬਰਾਵੇ ਤੇ ਨਾ ਡਰੇ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਹੈ, ਬਹੁਤ ਹੀ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਮੈਂ ਤੁਹਾਨੂੰ ਆਪਣੀ ਸ਼ਾਂਤੀ ਦਿੰਦਾ, ਉਹ ਸ਼ਾਂਤੀ ਨਹੀਂ ਦਿੰਦਾ ਜੋ ਸੰਸਾਰ ਦਿੰਦਾ ਹੈ। ਤਾਂ ਯਾਦ ਰੱਖੋ ਕਿ ਪਰਮੇਸ਼ਵਰ ਯਿਸੂ ਮਸੀਹ ਸਾਨੂੰ ਕਹਿੰਦੇ ਨੇ ਕਿ ਮੈਂ ਤੁਹਾਨੂੰ ਉਹ ਨਹੀਂ ਦੇ ਰਿਹਾ ਜੋ ਸੰਸਾਰ ਦੇ ਰਿਹਾ ਹੈ। ਸੰਸਾਰ ਕੀ ਦੇ ਰਿਹਾ ਹੈ? ਸੰਸਾਰ ਦੀ ਸ਼ਾਂਤੀ ਕਿਹੋ ਜਿਹੀ ਹੈ? ਸੰਸਾਰ ਦਾ ਆਨੰਦ ਕਿਹੋ ਜਿਹਾ ਹੈ? ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਕਈ ਚੀਜ਼ਾਂ ਵਿੱਚ ਆਨੰਦ ਭਾਲਦੇ ਨੇ। ਮੈਂ ਜਾਣਦਾ ਕਿ ਜਿਨ੍ਹਾਂ ਦੇ ਕੋਲ ਔਲਾਦ ਨਹੀਂ ਹੁੰਦੇ ਉਹ ਕਹਿੰਦੇ ਕਿ ਸਾਡੇ ਕੋਲ ਬੱਚਾ ਹੋਵੇਗਾ ਤਾਂ ਅਸੀਂ ਆਨੰਦ ਤੋਂ ਦੁਨੀਆ ਦੇ ਵਿੱਚ ਵੇਖਦੇ ਹਾਂ ਕਿ ਜਦੋਂ ਬੱਚੇ ਹੋ ਜਾਂਦੇ ਨੇ ਤੇ ਲੋਕ ਉਸ ਬੱਚਿਆਂ ਦੇ ਵਿੱਚ ਆਪਣਾ ਆਨੰਦ ਭਾਲਦੇ ਨੇ, ਪਰ ਜਦੋਂ ਬੱਚੇ ਵੱਡੇ ਹੋ ਕੇ ਆਪਣੇ ਆਪਣੇ ਰਾਹ ਪੈ ਜਾਂਦੇ ਨੇ ਤੇ ਉਹ ਆਨੰਦ ਸ਼ਾਂਤੀ ਖਤਮ ਹੋ ਜਾਂਦੀ। ਬਹੁਤ ਸਾਰੇ ਲੋਕ ਪੈਸੇ ਵਿੱਚ ਖੁਸ਼ੀ ਭਾਲਦੇ ਨੇ, ਸ਼ਾਂਤੀ ਭਾਲਦੇ ਨੇ। ਜਦੋਂ ਪੈਸਾ ਆਉਂਦਾ ਤੇ ਬੜੀ ਸ਼ਾਂਤੀ ਮਿਲਦੀ ਹੈ, ਜਦੋਂ ਪੈਸਾ ਚਲਾ ਜਾਂਦਾ ਤੇ ਸ਼ਾਂਤੀ ਵੀ ਨਾਲ ਹੀ ਚਲੀ ਜਾਂਦੀ ਹੈ। ਦੁਨੀਆ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਲੋਕ ਲੋਚਦੇ ਨੇ ਕਿ ਸਾਨੂੰ ਮਿਲ ਜਾਏ, ਪਰ ਜਿਵੇਂ ਉਹ ਮਿਲ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਇੱਛਾ ਪੂਰੀ ਹੋ ਗਈ, ਪਰ ਜਿਵੇਂ ਹੀ ਉਹ ਚੀਜ਼ ਸਾਡੇ ਹੱਥੋਂ ਨਿਕਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਸ਼ਾਂਤੀ ਵੀ ਨਾਲ ਹੀ ਚਲੀ ਜਾਂਦੀ। ਪਰ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਮੈਂ ਤੁਹਾਨੂੰ ਉਹ ਸ਼ਾਂਤੀ ਨਹੀਂ ਦੇ ਰਿਹਾ ਜੋ ਸੰਸਾਰ ਦੇ ਰਿਹਾ ਹੈ। ਸੰਸਾਰ ਦੀ ਸ਼ਾਂਤੀ ਤੁਹਾਡੇ ਲਈ ਕੁਝ ਪਲ ਦੀ ਹੁੰਦੀ ਹੈ, ਸੰਸਾਰ ਜੋ ਤੁਹਾਨੂੰ ਦੇ ਰਿਹਾ ਸਦਾ ਲਈ ਨਹੀਂ ਹੈ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਤੁਹਾਨੂੰ ਆਪਣੀ ਸ਼ਾਂਤੀ ਦਿੰਦਾ ਹਾਂ, ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਸੰਸਾਰ ਦਿੰਦਾ ਹੈ। ਮੈਂ ਤੁਹਾਨੂੰ ਉਸ ਤਰ੍ਹਾਂ ਨਹੀਂ ਦਿੰਦਾ ਜਿਸ ਤਰ੍ਹਾਂ ਤੁਹਾਨੂੰ ਸੰਸਾਰ ਦਿੰਦਾ ਹੈ। ਮੈਂ ਤੁਹਾਨੂੰ ਉਸ ਤਰ੍ਹਾਂ ਨਹੀਂ ਦਿੰਦਾ। ਤੁਹਾਡਾ ਦਿਲ ਨਾ ਘਬਰਾਵੇ ਤੇ ਨਾ ਡਰੇ। ਹਾਲੇਲੂਇਆ। ਇਹ ਸਪਸ਼ਟ ਸ਼ਬਦਾਂ ਵਿੱਚ ਪ੍ਰਭੂ ਯਿਸੂ ਮਸੀਹ ਨੇ 14:27 ਵਿੱਚ ਯੂਹੰਨਾ ਦੀ ਕਿਤਾਬ ਦੇ ਵਿੱਚ ਆਖਿਆ ਹੈ ਕਿ ਤੁਹਾਡਾ ਦਿਲ ਨਾ ਘਬਰਾਵੇ ਤੇ ਨਾ ਡਰੇ। ਤਾਂ ਤੁਹਾਡੇ ਵਿੱਚੋਂ ਕਿੰਨੇ ਜਾਣੇ ਅੱਜ ਇਸ ਨੂੰ ਵਿਸ਼ਵਾਸ ਨਾਲ ਬੋਲ ਸਕਦੇ ਨੇ ਕਿ ਮੈਂ ਪਰਮੇਸ਼ਰ ਦੇ ਉਹਨਾਂ ਉਚਿਤ ਗੱਲਾਂ ਤੇ ਹੀ ਵਿਚਾਰ ਕਰਾਂਗਾ, ਉਹ ਗੱਲਾਂ ਜਿਹੜੀਆਂ ਮੇਰੇ ਲਈ ਚੰਗੀਆਂ ਨੇ, ਜਿਹੜੀਆਂ ਗੱਲਾਂ ਮੇਰੇ ਲਈ ਸੱਚੀਆਂ ਹਨ, ਆਦਰਯੋਗ ਹਨ, ਯਥਾਰਥ ਹਨ, ਸ਼ੁੱਧ ਹਨ, ਸੁਹਾਵਣੀਆਂ ਹਨ, ਨੇਕਨਾਮੀ ਦੀਆਂ ਹਨ, ਗੁਣਾਂ ਨਾਲ ਭਰਪੂਰ ਹਨ ਅਤੇ ਜਿਹੜੀਆਂ ਸੋਭਾ ਦੀਆਂ ਗੱਲਾਂ ਹਨ, ਮੈਂ ਤਾਂ ਉਹਨਾਂ ਤੇ ਹੀ ਵਿਚਾਰ ਕਰਾਂਗਾ। ਕਿਉਂਕਿ ਜਦੋਂ ਨੇ ਮੇਰੇ ਮਨ ਦੇ ਵਿਚਾਰਾਂ ਨੂੰ ਤਾਂ ਮੈਂ ਬਣ ਜਾਵਾਂਗਾ। ਕੁਛ ਦੇ ਲਈ ਦਵਾਈ ਵਾਂਗੂ ਕੰਮ ਕਰਦੀ ਤੇ ਚੰਗਾ ਕਰਦੀ ਹੈ, ਇਸ ਲਈ ਕਿਉਂਕਿ ਲਿਖਿਆ ਹੈ ਕਿ ਉਦਾਸ ਆਤਮਾ ਤਾਂ ਹੱਡੀਆਂ ਨੂੰ ਵੀ ਸਾੜ ਦਿੰਦਾ ਹੈ, ਉਹ ਹੱਡੀਆਂ ਤੱਕ ਵੀ ਨੂੰ ਕੀ ਕਰਦਾ, ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਬਾਈਬਲ ਦੱਸਦੀ ਕਿ ਭਾਂਤ-ਭਾਂਤ ਦੇ ਪਰਤਾਵੇ ਆਉਣਗੇ ਤਾਂ ਆਨੰਦ ਰੱਖੋ, ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਉਹ ਪਰਮੇਸ਼ਰ ਤੁਹਾਨੂੰ ਉਹਨਾਂ ਪਰਤਾਵਿਆਂ ਵਿੱਚੋਂ ਜਿੱਤ ਬਖਸ਼ੇਗਾ ਤੇ ਤੁਹਾਨੂੰ ਪਰਮੇਸ਼ਰ ਉਹਨਾਂ ਪਰਤਾਵਿਆਂ ਦੇ ਉੱਤੇ ਜਿੱਤ ਦੇ ਕੇ ਖੜਾ ਰੱਖੇਗਾ। ਇਸ ਲਈ ਆਨੰਦ ਦੀ ਗੱਲ ਸਮਝੋ, ਆਨੰਦਿਤ ਹੋਵੋ, ਕਿਉਂਕਿ ਪਰਤਾਵੇ ਹਾਰਨਗੇ, ਤੁਸੀਂ ਜਿੱਤੋਗੇ। ਬਾਈਬਲ ਸਾਨੂੰ ਬਿਆਨ ਕਰਦੀ ਹੈ ਕਿ ਪਰਮੇਸ਼ਰ ਦੇ ਵਚਨ 'ਚ ਲਿਖਿਆ ਸਦਾ ਆਨੰਦ ਰਹੋ, ਨਿਤ ਪ੍ਰਾਰਥਨਾ ਕਰੋ, ਹਰ ਹਾਲ ਵਿੱਚ ਧੰਨਵਾਦ ਕਰੋ, ਕਿਉਂਕਿ ਪਰਮੇਸ਼ਰ ਦੀ ਤੁਹਾਡੇ ਲਈ ਇਹੋ ਹੀ ਮਸੀਹ ਵਿੱਚ ਇੱਛਾ ਤੇ ਆਤਮਾ ਨੂੰ ਨਾ ਬੁਝਾਓ। ਔਰ ਮੈਂ ਜਿਹੜੀ ਗੱਲ ਦੱਸਣਾ ਚਾਹੁੰਦਾ ਕਿ ਮਸੀਹ ਨੇ ਸਾਨੂੰ ਆਪਣੀ ਸ਼ਾਂਤੀ ਦਿੱਤੀ ਹੈ, ਉਹ ਸ਼ਾਂਤੀ ਨਹੀਂ ਦਿੱਤੀ ਜੋ ਸੰਸਾਰ ਦਿੰਦਾ ਹੈ। ਸੋ ਇਸ ਲਈ ਮੇਰੇ ਅਜ਼ੀਜ਼ੋ, ਤੁਹਾਡਾ ਦਿਲ ਨਾ ਘਬਰਾਵੇ ਤੇ ਨਾ ਡਰੇ, ਕਿਉਂਕਿ ਇਹ ਗੱਲ ਪ੍ਰਭੂ ਯਿਸੂ ਮਸੀਹ ਨੇ ਕਹੀ ਹੈ। ਜੇ ਪ੍ਰਭੂ ਯਿਸੂ ਮਸੀਹ ਨੇ ਗੱਲ ਕਹੀ ਹੈ ਤਾਂ ਤੁਹਾਨੂੰ ਵਿਸ਼ਵਾਸ ਨਾਲ ਲੈਣ ਦੀ ਲੋੜ ਹੈ ਕਿ ਨਾ ਮੈਂ ਅੱਜ ਤੋਂ ਘਬਰਾਵਾਂਗਾ ਤੇ ਨਾ ਮੈਂ ਅੱਜ ਤੋਂ ਡਰਾਂਗਾ, ਕਿਉਂਕਿ ਕੋਈ ਵੀ ਚੀਜ਼ ਮੇਰਾ ਕੁਝ ਵੀ ਵਿਗਾੜ ਨਹੀਂ ਸਕਦੀ, ਕਿਉਂਕਿ ਖੁਦਾਵੰਦ ਖੁਦਾ ਨੇ ਮੈਨੂੰ ਇਹ ਕਿਹਾ ਕਿ ਨਾ ਡਰ ਤੇ ਨਾ ਘਬਰਾ, ਨਾ ਮੈਂ ਡਰਾਂਗਾ ਨਾ ਘਬਰਾਵਾਂਗਾ। ਪਰਮੇਸ਼ਵਰ ਮੈਨੂੰ ਫਤਿਹ ਦੇ ਕੇ ਸੱਚਮੁੱਚ ਖੜਾ ਰੱਖੇਗਾ। ਔਰ ਰੋਮਨਸ ਚੈਪਟਰ 12 ਵਰਸ 12 12 ਦੀ 12 ਦੇ ਵਿੱਚ ਲਿਖਿਆ ਹੈ, ਆਸਾ ਵਿੱਚ ਆਨੰਦ ਅਤੇ ਵਿਪਤਾ ਵਿੱਚ ਧੀਰਜ ਕਰੋ ਤੇ ਨਿਤ ਪ੍ਰਾਰਥਨਾ ਜਿਹੜੀ ਲਗਾਤਾਰ
ਕਰਦੇ ਰਹੋ। ਸੋ ਇਸ ਲਈ ਬਾਈਬਲ 'ਚ ਲਿਖਿਆ ਕਿ ਆਸ਼ਾ ਵਿੱਚ ਆਨੰਦ ਰੱਖਣੀ ਹੈ, ਆਨੰਦਿਤ ਰਹਿਣਾ। ਜਿਹੜੀ ਤੁਹਾਡੀ ਆਸ਼ਾ ਮਸੀਹ ਵਿੱਚ ਹੈ, ਆਸ ਤੋਂ ਦ੍ਰਿੜਤਾ ਤੇ ਅਸੀਂ ਦੇਖਦੇ ਹਾਂ ਕਿ ਦ੍ਰਿੜਤਾ ਨੇਚਰ ਤੋਂ ਆਸ ਤੋਂ ਦ੍ਰਿੜਤਾ ਪੈਦਾ ਹੁੰਦੀ ਹੈ, ਤੇ ਦ੍ਰਿੜਤਾ ਜਿਹੜੀ ਹੈ ਉਹ ਬਹੁਤ ਵੱਡੀ ਸਾਨੂੰ ਕੀ ਕਰਦੀ ਹੈ, ਸਾਨੂੰ ਤਾਕਤ ਬਖਸ਼ਦੀ ਹੈ। ਲਿਖਿਆ ਹੈ ਬਾਈਬਲ ਦੇ ਵਿੱਚ, ਜਿਹੜਾ ਵਿਸ਼ਵਾਸ ਹੈ ਉਹ ਸਾਡੇ ਅੰਦਰ ਦ੍ਰਿੜਤਾ ਨੂੰ ਲੈ ਕੇ ਆਉਂਦਾ ਹੈ, ਤੇ ਦ੍ਰਿੜਤਾ ਸਾਡੇ ਅੰਦਰ ਇੱਕ ਆਸ ਨੂੰ ਲੈ ਕੇ ਆਉਂਦੀ ਹੈ, ਤੇ ਆਸ ਰੱਖਣ ਵਾਲੇ ਲੋਕ ਕਦੀ ਵੀ ਸ਼ਰਮਿੰਦਾ ਨਹੀਂ ਹੁੰਦੇ, ਕਦੀ ਲੱਜਾਵਾਨ ਨਹੀਂ ਹੁੰਦੇ। ਸੋ ਮੇਰੇ ਪਿਆਰੇ ਅਜ਼ੀਜ਼ੋ, ਬਾਈਬਲ 'ਚ ਲਿਖਿਆ ਹੈ ਤੇ ਬਿਪਤਾ ਵਿੱਚ ਧੀਰਜ ਕਰੋ। ਜੇਕਰ ਤੁਹਾਡੇ ਕੋਲ ਕੋਈ ਸਮੱਸਿਆ ਹੈ ਤਾਂ ਉਸ ਸਮੱਸਿਆ ਵਿੱਚ ਧੀਰਜ ਧਰੋ ਤੇ ਪਰਮੇਸ਼ਰ ਦੇ ਵਿਸ਼ਵਾਸ ਰੱਖੋ, ਕਿਉਂਕਿ ਖੁਦਾਵੰਦ ਤੁਹਾਨੂੰ ਤੁਹਾਡੇ ਧੀਰਜ ਦੇ ਨਾਲ, ਜਦੋਂ ਅਸੀਂ ਦੇਖਦੇ ਹਾਂ ਕਿ ਸਬਰ ਤੇ ਧੀਰਜ ਦੇ ਬਾਰੇ ਬਾਈਬਲ 'ਚ ਬਹੁਤ ਕੁਝ ਲਿਖਿਆ ਹੈ, ਜਿਹਦੇ ਬਾਰੇ ਦਾਊਦ ਵੀ ਕਹਿੰਦਾ ਹੈ ਕਿ ਜਦੋਂ ਮੈਂ ਸਬਰ ਦੇ ਨਾਲ ਧੀਰਜ ਨਾਲ ਖੁਦਾ ਦੀ ਉਡੀਕ ਕੀਤੀ ਤੇ ਯਹੋਵਾ ਪਰਮੇਸ਼ਰ ਨੇ ਮੇਰੀ ਸੁਣ ਲਈ। ਜਦੋਂ ਮੈਂ ਉਸ ਦੀ ਉਡੀਕ ਕੀਤੀ ਤਾਂ ਪਰਮੇਸ਼ਰ ਸੱਚਮੁੱਚ ਪਰਮੇਸ਼ਰ ਨੇ ਦੇਰੀ ਨਹੀਂ ਲਾਈ। ਜਦੋਂ ਅਸੀਂ ਸਬਰ ਦੇ ਨਾਲ ਉਡੀਕ ਕਰਦੇ ਹਾਂ, ਜਦੋਂ ਆਸ ਰੱਖਦੇ ਹਾਂ, ਤੇ ਪਰਮੇਸ਼ਰ ਕਦੀ ਵੀ ਸਾਨੂੰ ਸ਼ਰਮਿੰਦਿਆਂ ਨਹੀਂ ਹੋਣ ਦਿੰਦਾ। ਪਰਮੇਸ਼ਰ ਸੱਚਮੁੱਚ ਬਰਕਤ ਦੇਣ ਵਾਲੇ ਪਰਮੇਸ਼ਰ ਨੇ। ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਅੱਜ ਜ਼ਰੂਰ ਆਪਣੇ ਜੀਵਨ ਦੇ ਵਿੱਚੋਂ ਡਰ ਨੂੰ ਔਰ ਘਬਰਾਹਟ ਨੂੰ ਦੂਰ ਕਰੋਗੇ, ਔਰ ਨੈਗੇਟਿਵ ਚੀਜ਼ਾਂ ਨੂੰ ਜਿਹੜੀਆਂ ਤੁਹਾਡੇ ਜੀਵਨ ਦੇ ਵਿੱਚ ਆਪਣੇ ਆਪ ਆ ਰਹੀਆਂ ਨੇ, ਉਹ ਬੁਰੇ ਖਿਆਲ, ਬੁਰੇ ਵਿਚਾਰ ਜਿਹੜੀਆਂ ਤੁਹਾਡੇ ਜੀਵਨ 'ਚ ਹੈਵੀ ਹੋਣਾ ਚਾਹੁੰਦੇ ਨੇ, ਉਹਨਾਂ ਨੂੰ ਆਪਣੇ ਦਿਲ ਵਿੱਚ ਹੀ ਢਾ ਦਿਓ, ਤਾਂ ਕਿ ਤੁਸੀਂ ਮਸੀਹ ਵਿੱਚ ਸੱਚਮੁੱਚ ਇੱਕ ਚੰਗੀ ਲੜਾਈ ਲੜ ਕੇ ਤੁਸੀਂ ਫਤਿਹਮੰਦ ਜੀਵਨ ਜੀ ਸਕੋ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ, ਆਸ਼ੀਸ਼ ਦੇਵੇ, ਔਰ ਤੁਸੀਂ ਸਾਡੇ ਨਾਲ ਬਣੇ ਰਹੋ, ਤਾਂ ਕਿ ਪਰਮੇਸ਼ਰ ਦੇ ਵਚਨਾਂ ਨੂੰ ਸਮਝਦੇ ਹੋ ਤੁਸੀਂ ਆਪਣੀ ਲਾਈਫ ਦੇ ਵਿੱਚ ਅੱਗੇ ਵਧ ਸਕੋ। ਮੈਂ ਵਿਸ਼ਵਾਸ ਕਰਦਾ ਕਿ ਜੇ ਤੁਸੀਂ ਬਣੇ ਰਹੋਗੇ ਤਾਂ ਤੁਸੀਂ ਨਿਸ਼ਚੈ ਸੱਚਮੁੱਚ ਬਹੁਤ ਵੱਡੀ ਬਰਕਤ ਪਾ ਕੇ ਇੱਕ ਦਿਨ ਗਵਾਹ ਬਣ ਕੇ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰੋਗੇ। ਗੋਡ ਬਲੈਸ ਯੂ। ਸ਼ਾਲੋਮ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਆਮੀਨ।